ਅਹਿਮ ਕਦਮ। ਨਿੱਜੀ ਵਾਹਨਾਂ ਦੇ ਟਰਾਂਸਫਰ ਲਈ ਐਨਓਸੀ ਨੂੰ ਕੀਤਾ ਖਤਮ। ਰਾਜ ਅੰਦਰ ਨਿੱਜੀ ਵਾਹਨਾਂ ਦੀ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਟਰਾਂਸਫਰ ਕਰਨ ਲਈ ਲੋੜੀਂਦੀ ਐਨਓਸੀ ਖਤਮ ਕਰਤੀ ਗਈ ਹੈ। ਇਸ ਨਾਲ ਹਰ ਮਹੀਨੇ 12 ਤੋਂ 15,000 ਲੋਕਾਂ ਨੂੰ ਸਿੱਧਾ ਫਾਇਦਾ ਮਿਲ ਰਿਹਾ ਹੈ। ਹਾਈ ਸਿਕਿਉਰਿਟੀ ਨੰਬਰ ਪਲੇਟ ਲਈ ਆਨਲਾਈਨ ਸੁਵਿਧਾ। ਹਾਈ ਸਿਕਿਉਰਿਟੀ ਨੰਬਰ ਪਲੇਟ ਲਗਵਾਉਣ ਲਈ ਵਿਭਾਗ ਨੇ ਉਪਭੋਗਤਾ ਨੂੰ ਹੋਮ ਫਿਟਮੈਂਟ ਦੀ ਸਹੂਲਤ ਦਿੱਤੀ ਹੈ, ਜਿਸ ਰਾਹੀਂ 100 ਤੋਂ 150 ਰੁਪਏ ਦੀ ਮਾਮੂਲੀ ਫੀਸ ਭਰ ਕੇ ਘਰ ਬੈਠਿਆਂ ਹੀ ਨੰਬਰ ਪਲੇਟ ਲਗਵਾਈ ਜਾ ਸਕਦੀ ਹੈ। ਵਿਭਾਗ ਦੇ ਉਦਮ ਸਦਕਾ ਪਿਛਲੇ 6 ਮਹੀਨਿਆਂ ਵਿੱਚ ਪੰਜਾਬ ਵਿੱਚ 12 ਲੱਖ ਤੋਂ ਵੱਧ ਹਾਈ ਸਿਕਿਉਰਿਟੀ ਨੰਬਰ ਪਲੇਟਸ ਲੱਗ ਚੁੱਕੀਆਂ ਨੇ। ਰਿਜ਼ਰਵ ਨੰਬਰਾਂ ਦੀ ਆਕਸ਼ਨ ਹੁਣ ਹੋਈ ਹੋਰ ਵੀ ਆਸਾਨ। ਫੈਂਸੀ ਨੰਬਰਾਂ ਦੀ ਆਕਸ਼ਨ ਵਿੱਚ ਪਾਰਦਰਸ਼ਤਾ ਲਿਆਉਣ ਲਈ ਵਿਭਾਗ ਨੇ ਇੱਕ ਵਿਲੱਖਣ ਉਦਮ ਕੀਤਾ ਹੈ। ਹੁਣ ਉਪਭੋਗਤਾ ਘਰ ਬੈਠੇ ਵਿਭਾਗ ਵੱਲੋਂ ਹਰ ਹਫ਼ਤੇ ਕੀਤੀ ਜਾਂਦੀ ਬੋਲੀ ਵਿੱਚ ਭਾਗ ਲੈ ਕੇ ਆਪਣੀ ਪਸੰਦ ਦਾ ਨੰਬਰ ਬਿਨਾਂ ਕਿਸੇ ਦਫ਼ਤਰ ਦਾ ਚੱਕਰ ਜਾਂ ਸਿਫਾਰਿਸ਼ ਲਗਾਏ ਪ੍ਰਾਪਤ ਕਰ ਸਕਦੇ ਨੇ। ਰਾਜ ਦੇ 400 ਪੋਲੂਸ਼ਨ ਚੈੱਕ ਸੈਂਟਰਾਂ ਨੂੰ ਵਾਹਨ ਪੋਰਟਲ ਨਾਲ ਜੋੜਿਆ ਗਿਆ ਹੈ ਅਤੇ ਉਪਭੋਗਤਾ ਵਿਭਾਗ ਦੀ ਆਨਲਾਈਨ ਸੁਵਿਧਾ ਰਾਹੀਂ ਆਪਣਾ ਪੋਲੂਸ਼ਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਨੇ। ਡਰਾਈਵਿੰਗ ਲਾਇਸੈਂਸ ਅਤੇ ਆਰਸੀ ਦੀਆਂ ਸੇਵਾਵਾਂ ਨੂੰ ਕੀਤਾ ਆਨਲਾਈਨ। ਡਰਾਈਵਿੰਗ ਲਾਇਸੈਂਸ ਅਤੇ ਵਾਹਨ ਦੀ ਆਰਸੀ ਦੀਆਂ ਸੇਵਾਵਾਂ ਲਈ ਹੁਣ ਦਫ਼ਤਰ ਦੇ ਚੱਕਰ ਕੱਟਣ ਦੀ ਲੋੜ ਨਹੀਂ ਹੈ। ਵਿਭਾਗ ਵੱਲੋਂ 95% ਦੀ ਸੇਵਾਵਾਂ ਆਨਲਾਈਨ ਕਰ ਦਿੱਤੀਆਂ ਗਈਆਂ ਨੇ ਅਤੇ ਹੁਣ ਉਪਭੋਗਤਾ ਵੈਬਸਾਈਟ www.parivahan.gov.in ਤੇ ਆਨਲਾਈਨ ਸੇਵਾਵਾਂ ਦਾ ਲਾਭ ਲੈ ਸਕਦੇ ਨੇ। ਜੋ ਉਪਭੋਗਤਾ ਇੰਟਰਨੈਟ ਚਲਾਉਣਾ ਨਹੀਂ ਜਾਣਦੇ, ਉਹਨਾਂ ਦੀ ਸਹੂਲਤ ਲਈ ਇਹ ਸੇਵਾਵਾਂ ਟਰਾਂਸਪੋਰਟ ਵਿਭਾਗ ਨੇ 516 ਸੇਵਾ ਕੇਂਦਰਾਂ ਅਤੇ 3500 ਕਾਮਨ ਸਰਵਿਸ ਸੈਂਟਰਾਂ ਤੇ ਮੁਹੱਈਆ ਕਰਵਾਈਆਂ ਹਨ। ਇਹਨਾਂ ਸੈਂਟਰਾਂ ਨਾਲ ਲਗਭਗ 3500 ਤੋਂ ਵੱਧ ਪੇਂਡੂ ਉਦਮੀਆਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤਾਂ ਮੁਹੱਈਆ ਕਰਾਉਣ ਅਤੇ ਪੰਜਾਬ ਸਰਕਾਰ ਦੇ ਮਾਲੀਏ ਵਿੱਚ ਵਾਧੇ ਲਈ ਵਿਭਾਗ ਨੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੈਪਸੂ ਵਿੱਚ ਹੋਰ 500 ਨਵੀਆਂ ਬੱਸਾਂ ਨੂੰ ਸ਼ਾਮਲ ਕਰਨ ਦਾ ਟੀਚਾ ਮਿੱਥਿਆ ਹੈ। ਸੜਕ ਸੁਰੱਖਿਆ ਯਕੀਨੀ ਬਣਾਉਣ ਲਈ ਰਾਜ ਵਿੱਚ 400 ਦੁਰਘਟਨਾ ਸੰਭਾਵਿਤ ਖੇਤਰ ਪਹਿਚਾਣ ਲਏ ਗਏ ਹਨ, ਜਿਨ੍ਹਾਂ ਵਿੱਚੋਂ 100 ਨੂੰ ਠੀਕ ਕਰ ਦਿੱਤਾ ਗਿਆ ਹੈ। ਇਸ ਪ੍ਰੋਜੈਕਟ ਤੇ ਲਗਭਗ 500 ਕਰੋੜ ਦੀ ਲਾਗਤ ਆਵੇਗੀ। 18 ਜਨਵਰੀ ਤੋਂ 17 ਫਰਵਰੀ 2021 ਤੱਕ ਸੜਕ ਸੁਰੱਖਿਆ ਮਹੀਨਾ ਮਨਾਇਆ ਗਿਆ, ਜਿਸ ਤਹਿਤ 2 ਲੱਖ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸਥਾਨ ਸੁਲਤਾਨਪੁਰ ਲੋਧੀ ਦੇ ਦਰਸ਼ਨ ਕਰਾਉਣ ਹਿੱਤ ਪੰਜਾਬ ਅਤੇ ਹੋਰਨਾਂ ਰਾਜਾਂ ਤੋਂ ਸ਼ਰਧਾਲੂਆਂ ਨੂੰ ਮੁਫਤ ਬੱਸਾਂ ਮੁਹੱਈਆ ਕਰਵਾਈਆਂ ਗਈਆਂ। ਕੋਵਿਡ ਦੌਰਾਨ ਮੁਕੰਮਲ ਲਾਕਡਾਊਨ ਕਰਕੇ ਹਜ਼ੂਰ ਸਾਹਿਬ ਮਹਾਰਾਸ਼ਟਰ ਵਿਖੇ ਫਸੇ ਕਰੀਬ 4000 ਸ਼ਰਧਾਲੂਆਂ ਨੂੰ 114 ਏਸੀ ਬੱਸਾਂ ਰਾਹੀਂ ਸੁਰੱਖਿਅਤ ਵਾਪਸ ਪੰਜਾਬ ਲਿਆਂਦਾ ਗਿਆ। ਇਸੇ ਤਰ੍ਹਾਂ ਰਾਜਸਥਾਨ ਦੇ ਕੋਟਾ ਵਿਖੇ ਫਸੇ 153 ਵਿਦਿਆਰਥੀਆਂ ਨੂੰ ਵੀ ਵਾਪਸ ਪੰਜਾਬ ਲਿਆਂਦਾ ਗਿਆ। ਜੈਸਲਮੇਰ ਅਤੇ ਬੀਕਾਨੇਰ ਵਿੱਚ ਫਸੇ ਕਰੀਬ 2000 ਮਜ਼ਦੂਰਾਂ ਨੂੰ ਵੀ ਵਿਭਾਗ ਨੇ ਸੁਰੱਖਿਅਤ ਪੰਜਾਬ ਵਾਪਸ ਲਿਆਂਦਾ। ਕੋਵਿਡ ਦੌਰਾਨ ਵਿਭਾਗ ਵੱਲੋਂ ਪ੍ਰਾਈਵੇਟ ਬੱਸਾਂ, ਛੋਟੀਆਂ ਬੱਸਾਂ, ਸਕੂਲ ਬੱਸਾਂ ਅਤੇ ਰਾਜ ਦੇ ਕਮਰਸ਼ੀਅਲ ਵਾਹਨਾਂ ਨੂੰ 142 ਕਰੋੜ 41 ਲੱਖ ਦੀਆਂ ਟੈਕਸ ਛੋਟਾਂ ਵੀ ਦਿੱਤੀਆਂ ਗਈਆਂ। ਡਰਾਈਵਿੰਗ ਲਾਇਸੈਂਸ ਅਤੇ ਆਰਸੀ ਦੀ ਡਾਕ ਰਾਹੀਂ ਘਰ ਵਿੱਚ ਹੋਵੇਗੀ ਡਿਲੀਵਰੀ। ਪੰਜਾਬ ਦੇ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਵਿਭਾਗ ਵੱਲੋਂ ਚੰਡੀਗੜ੍ਹ ਵਿਖੇ ਰੋਜ਼ਾਨਾ 10,000 ਆਰਸੀ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟ ਕਰਨ ਦੀ ਸਮਰੱਥਾ ਵਾਲੇ ਸੈਂਟਰਲਾਈਜ਼ਡ ਕਾਰਡ ਪਰਸਨਲਾਈਜੇਸ਼ਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਨ ਨੇਸ਼ਨ ਵਨ ਕਾਰਡ ਤਹਿਤ ਇਹਨਾਂ ਡਾਕੂਮੈਂਟ ਦੀ ਪ੍ਰਿੰਟਿੰਗ ਲਈ ਵਰਤੇ ਜਾਣ ਵਾਲੇ ਸਮਾਰਟ ਕਾਰਡ ਆਧੁਨਿਕ ਸਿਕਿਉਰਿਟੀ ਫੀਚਰਸ ਜਿਵੇਂ QR ਕੋਡ, ਸਕੋਸਟਾ, ਗਲੋਚੀ ਆਦਿ ਪੈਟਰਨ ਨਾਲ ਲੈਸ ਹਨ। ਪੰਜਾਬ ਪੂਰੇ ਦੇਸ਼ ਵਿੱਚ ਇਹ ਸਿਸਟਮ ਲਾਗੂ ਕਰਨ ਵਾਲਾ ਪਹਿਲਾ ਰਾਜ ਹੈ ਜੋ ਸਮਾਰਟ ਡਾਕੂਮੈਂਟਸ ਡਾਕ ਰਾਹੀਂ ਘਰ ਘਰ ਡਿਲੀਵਰ ਕਰ ਰਿਹਾ ਹੈ। ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਅਤੇ ਮਾਣਯੋਗ ਟਰਾਂਸਪੋਰਟ ਮੰਤਰੀ ਸ਼੍ਰੀਮਤੀ ਰਜੀਆ ਸੁਲਤਾਨਾ ਜੀ ਅੱਜ ਆਰਸੀ ਅਤੇ ਡਰਾਈਵਿੰਗ ਲਾਇਸੈਂਸ ਪ੍ਰਿੰਟਿੰਗ ਕਰਨ ਦੀ ਸਮਰੱਥਾ ਵਾਲੇ ਇਸ ਸੈਂਟਰ ਨੂੰ ਲੋਕ ਅਰਪਿਤ ਕਰਨਗੇ। ਪਨਬੱਸ ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿੱਚ ਲਗਾਏ ਵਹੀਕਲ ਟਰੈਕਿੰਗ ਸਿਸਟਮ। ਟਰਾਂਸਪੋਰਟ ਵਿਭਾਗ ਵੱਲੋਂ ਸੁਰੱਖਿਅਤ ਸਫ਼ਰ ਯਕੀਨੀ ਬਣਾਉਣ ਲਈ ਪੰਜਾਬ ਰੋਡਵੇਜ਼ ਅਤੇ ਪਨਬੱਸ ਦਾ ਡਿਜੀਟਾਈਜੇਸ਼ਨ ਕੀਤਾ ਗਿਆ ਹੈ, ਜਿਸ ਤਹਿਤ 1429 ਬੱਸਾਂ ਵਿੱਚ ਵਹੀਕਲ ਟਰੈਕਿੰਗ ਸਿਸਟਮ ਲਗਾਇਆ ਗਿਆ ਹੈ। ਇਸ ਨੂੰ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ ਓਵਰ ਸਪੀਡ ਚੈਕਿੰਗ, ਹਾਰਸ਼ ਬ੍ਰੇਕਿੰਗ ਅਤੇ ਐਕਸੀਡੈਂਟ ਸੰਬੰਧੀ ਜਾਣਕਾਰੀ ਨੂੰ 24 ਘੰਟੇ ਆਨਲਾਈਨ ਮੋਨੀਟਰ ਕੀਤਾ ਜਾ ਰਿਹਾ ਹੈ। ਬੱਸਾਂ ਵਿੱਚ ਸਵਾਰੀਆਂ ਦੀ ਐਮਰਜੈਂਸੀ ਸੇਵਾਵਾਂ ਲਈ ਡਰਾਈਵਰ ਦੀ ਸੀਟ ਪਿੱਛੇ ਪੈਨਿਕ ਬਟਨ ਲਗਾਇਆ ਗਿਆ ਹੈ। ਕਿਸੇ ਵੀ ਪਰੇਸ਼ਾਨੀ ਦੀ ਸੂਰਤ ਵਿੱਚ ਸਵਾਰੀ ਦੇ ਪੈਨਿਕ ਬਟਨ ਦਬਾਉਣ ਤੇ ਆਟੋਮੈਟਿਕ ਇਸ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਵਿੱਚ ਪਹੁੰਚੇਗੀ ਅਤੇ ਪੁਲਿਸ ਵੱਲੋਂ ਇਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਵਹੀਕਲ ਟਰੈਕਿੰਗ ਸਿਸਟਮ ਰਾਹੀਂ ਯਾਤਰੀ ਆਪਣੀ ਮੋਬਾਈਲ ਐਪਲੀਕੇਸ਼ਨ ਦੁਆਰਾ ਬੱਸਾਂ ਦੀ ਲੋਕੇਸ਼ਨ, ਆਉਣ ਜਾਣ ਦਾ ਬਿਊਰਾ ਅਤੇ ਆਪਣੇ ਸਫ਼ਰ ਦੀ ਮੁਕੰਮਲ ਜਾਣਕਾਰੀ ਲੈ ਸਕਣਗੇ। ਡਿਪੂਆਂ ਦੇ ਕੰਮਕਾਜ ਦੀ ਮੋਨੀਟਰਿੰਗ ਲਈ ਅਤੇ ਬੱਸ ਸਟੈਂਡਾਂ ਤੇ ਸਵਾਰੀਆਂ ਦੀ ਸੁਰੱਖਿਆ ਲਈ ਵਿਭਾਗ ਵੱਲੋਂ CCTV ਕੈਮਰੇ ਲਗਾਏ ਗਏ ਹਨ, ਜਿਨ੍ਹਾਂ ਦੀ ਹਰ ਵੇਲੇ ਮੋਨੀਟਰਿੰਗ ਕੀਤੀ ਜਾਂਦੀ ਹੈ। ਮੌਜੂਦਾ ਸਾਲ ਦੌਰਾਨ ਪ੍ਰਾਈਵੇਟ ਬੱਸਾਂ ਤੇ ਵੀ ਵਹੀਕਲ ਟਰੈਕਿੰਗ ਸਿਸਟਮ ਲਗਾਇਆ ਜਾਵੇਗਾ।
ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਮਾਨਯੋਗ ਟਰਾਂਸਪੋਰਟ ਮੰਤਰੀ ਸ਼੍ਰੀਮਤੀ ਰਜੀਆ ਸੁਲਤਾਨਾ ਜੀ ਅੱਜ ਪੰਜਾਬ ਰੋਡਵੇਜ਼ ਅਤੇ ਪਨ ਬੱਸ ਦੇ ਵਹੀਕਲ ਟਰੈਕਿੰਗ ਸਿਸਟਮ ਨੂੰ ਲੋਕ ਅਰਪਿਤ ਕਰਨਗੇ। ਅੱਜ ਦੇ ਇਸ ਮੁਬਾਰਕ ਮੌਕੇ ਨੂੰ ਇਤਿਹਾਸਕ ਬਣਾਉਂਦੇ ਹੋਏ ਮਾਨਯੋਗ ਮੁੱਖ ਮੰਤਰੀ ਜੀ ਅਤੇ ਟਰਾਂਸਪੋਰਟ ਮੰਤਰੀ ਜੀ ਅੱਜ ਪੇਂਡੂ ਲਿੰਕ ਰੋਡ ਰੂਟ ਬੱਸ ਸੇਵਾ ਲਈ 3000 ਪਰਮਿਟ ਜਾਰੀ ਕਰ ਰਹੇ ਹਨ। ਇਸ ਨਾਲ 7500 ਬੇਰੁਜ਼ਗਾਰ ਨੌਜਵਾਨਾਂ ਨੂੰ ਸਿੱਧਾ ਰੁਜ਼ਗਾਰ ਮਿਲੇਗਾ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਪਰਮਿਟ ਵੰਡੇ ਜਾਣਗੇ। ਡਰਾਈਵਰਾਂ ਦੀ ਨਿਪੁੰਨਤਾ ਵਧਾਉਣ ਅਤੇ ਐਕਸੀਡੈਂਟ ਦਰ ਘਟਾਉਣ ਲਈ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਕਪੂਰਥਲਾ ਵਿਖੇ 22.5 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਇੰਸਟੀਚਿਊਟ ਆਫ ਡਰਾਈਵਿੰਗ ਐਂਡ ਟ੍ਰੈਫਿਕ ਰਿਸਰਚ ਦਾ ਨੀਂਹ ਪੱਥਰ ਰੱਖ ਰਹੇ ਨੇ। ਆਧੁਨਿਕ ਸੇਵਾਵਾਂ ਨਾਲ ਲੈਸ ਇਹ ਇੰਸਟੀਚਿਊਟ ਸਾਲਾਨਾ 20000 ਡਰਾਈਵਰਾਂ ਅਤੇ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰਾਂ ਨੂੰ ਸਿਖਲਾਈ ਦੇਵੇਗਾ। ਇਸ ਦੇ ਨਾਲ ਕਪੂਰਥਲਾ ਵਿਖੇ ਹੀ ਸਾਲਾਨਾ 72000 ਵਾਹਨਾਂ ਦੀ ਇੰਸਪੈਕਸ਼ਨ ਕਰਨ ਦੀ ਸਮਰੱਥਾ ਵਾਲਾ ਵਹੀਕਲ ਇੰਸਪੈਕਸ਼ਨ ਐਂਡ ਸਰਟੀਫਿਕੇਸ਼ਨ ਸੈਂਟਰ ਖੋਲ੍ਹਿਆ ਜਾ ਰਿਹਾ ਹੈ, ਜਿਸ ਤੇ ਲਗਭਗ 17 ਕਰੋੜ 16 ਲੱਖ ਦੀ ਲਾਗਤ ਆਵੇਗੀ। ਇਸ ਦਾ ਨੀਂਹ ਪੱਥਰ ਵੀ ਅੱਜ ਮਾਨਯੋਗ ਮੁੱਖ ਮੰਤਰੀ ਜੀ ਆਪਣੇ ਕਰ ਕਮਲਾਂ ਨਾਲ ਰੱਖ ਰਹੇ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ, ਵਿਭਾਗ ਦੇ ਮੰਤਰੀ ਸ਼੍ਰੀਮਤੀ ਰਜੀਆ ਸੁਲਤਾਨਾ ਜੀ ਦੀ ਦੂਰਦਰਸ਼ੀ ਸੋਚ ਅਤੇ ਟਰਾਂਸਪੋਰਟ ਵਿਭਾਗ ਦੀ ਅਣਥੱਕ ਮਿਹਨਤ ਸਦਕਾ ਚੁੱਕੇ ਜਾ ਰਹੇ ਕਦਮ ਪੰਜਾਬ ਦੀ ਤਰੱਕੀ ਵਿੱਚ ਇੱਕ ਅਹਿਮ ਰੋਲ ਅਦਾ ਕਰਨਗੇ। Give the inaugural remarks for the function. Thank you, ma'am. मानयोग मुख्यमंत्री साहब, मंत्री साहबान, MLA साहबान, सारे पतवंते सज्जन। सर हाल ही ਵਿੱਚ ਜਦੋਂ ਤੁਸੀਂ ਲਾਂਚ ਕੀਤੀ ਸੀ ਸਰਵਿਸਿਜ਼, ਜਦੋਂ ਵਧੇਰੀ ਸਰਵਿਸਿਜ਼ ਸੇਵਾ ਕੇਂਦਰਾਂ ਤੋਂ ਦਿੱਤੀਆਂ ਸੀ ਟਰਾਂਸਪੋਰਟ ਮਹਿਕਮੇ ਨੇ, ਤੁਸੀਂ ਹਦਾਇਤ ਕੀਤੀ ਸੀ ਸਰ ਕਿ ਇਹ ਕਿਉਂ ਲੋਕਾਂ ਨੂੰ ਬਾਰ-ਬਾਰ ਆਉਣਾ ਪੈਂਦਾ ਹੈ ਆਪਣੇ ਸਰਟੀਫਿਕੇਟ ਵਗੈਰਾ ਲੈਣ ਵਾਸਤੇ, ਕਿਉਂ ਨਹੀਂ ਉਹਨਾਂ ਦੇ ਘਰਾਂ ਤੱਕ ਪਹੁੰਚਾਏ ਜਾ ਸਕਦੇ। ਸਰ ਟਰਾਂਸਪੋਰਟ ਮਹਿਕਮੇ ਨੇ ਦਿਨ ਰਾਤ ਮਿਹਨਤ ਕਰਕੇ ਤੁਹਾਡੇ ਇਸ ਹੁਕਮ ਨੂੰ ਅਮਲੀ ਜਾਮਾ ਪਹਿਨਾਇਆ ਹੈ। ਇਸ ਦੇ ਨਾਲ ਨਾਲ ਹੋਰ ਜੋ ਤੁਹਾਡੀਆਂ ਹਦਾਇਤਾਂ ਸੀਗੀਆਂ ਕਿ ਲੋਕਾਂ ਨੂੰ ਬੈਸਟ ਕੁਆਲਿਟੀ ਦੀ ਸਰਵਿਸ ਮਿਲੇ, ਟਾਈਮ ਸਿਰ ਮਿਲੇ, ਟੈਕਨੋਲੋਜੀ ਯੂਜ਼ ਕੀਤੀ ਜਾਵੇ ਔਰ ਖਾਸ ਤੌਰ 'ਤੇ ਸਰਵਿਸਿਜ਼ ਜੋ ਬੱਸਾਂ ਦੀਆਂ ਨੇ ਉਹ ਵਧਾਈਆਂ ਜਾਣ ਪੇਂਡੂ ਇਲਾਕਿਆਂ 'ਚ ਵੀ, ਤਾਂ ਕਿ ਉਹਦੇ ਨਾਲ ਰੋਜ਼ਗਾਰ ਦੇ ਮੌਕੇ ਵੀ ਨੌਜਵਾਨਾਂ ਨੂੰ ਉਪਲਬਧ ਹੋਣ। ਸਰ ਇਹ ਸਾਰੇ ਕੰਮਕਾਜ ਟਰਾਂਸਪੋਰਟ ਮਹਿਕਮੇ ਨੇ ਜੋ ਕੀਤੇ ਨੇ ਉਹਨਾਂ ਨਾਲ ਆਸ ਹੈ ਕਿ ਲੋਕਾਂ ਨੂੰ ਇੱਕ ਤਾਂ ਸਰਵਿਸਿਜ਼ ਆਸਾਨੀ ਨਾਲ ਆਪਣੇ ਘਰ ਬੈਠੇ ਕਈ ਸਰਵਿਸਿਜ਼ ਮਿਲਣਗੀਆਂ, ਸੌਖੇ ਤਰੀਕੇ ਨਾਲ ਵਧੀਆ ਸਰਵਿਸਿਜ਼ ਮਿਲਣਗੀਆਂ ਔਰ ਰੋਜ਼ਗਾਰ ਵੀ ਉਪਲਬਧ ਹੋਏਗਾ। ਇਹਨਾਂ ਸ਼ਬਦਾਂ ਨਾਲ ਸਰ ਮੈਂ ਟਰਾਂਸਪੋਰਟ ਮਹਿਕਮੇ ਨੂੰ ਵਧਾਈ ਵੀ ਦਿੰਦੀ ਹਾਂ ਔਰ ਰਿਕੁਐਸਟ ਕਰਦੀ ਹਾਂ ਕਿ ਹੋਰ ਅੱਗੇ ਡਿਟੇਲ ਦੇ ਵਿੱਚ ਅੱਜ ਦੇ ਪ੍ਰੋਗਰਾਮ ਨੂੰ ਲੈ ਕੇ ਜਾਣ। Thank you very much, ma'am. Now I would like to request Honorable Transport Minister ਉਹ ਆਪਣੇ ਵਿਚਾਰ ਸਾਂਝੇ ਕਰਨ। ਮੈਂ सीएम साहब, सभी मिनिस्टर साहबान, MLA साहबान, हाजरीन, मानयोग मुख्यमंत्री जी पंजाब कैप्टन अमरिंदर सिंह जी ਦੀ ਯੋਗ ਅਗਵਾਈ ਹੇਠ ਟਰਾਂਸਪੋਰਟ ਡਿਪਾਰਟਮੈਂਟ ਦੇ ਕੰਮਕਾਜ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਮ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਪ੍ਰਦਾਨ ਕਰਨ ਅਤੇ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਦਾ ਛੇਤੀ ਨਿਪਟਾਰਾ ਕਰਨ ਲਈ ਕਈ ਅਹਿਮ ਫੈਸਲੇ ਲਏ ਗਏ ਹਨ, ਜਿਨ੍ਹਾਂ ਦੇ ਸਾਰਥਕ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਇਹਨਾਂ ਉਪਰਾਲਿਆਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਅੱਜ ਮਾਨਯੋਗ ਮੁੱਖ ਮੰਤਰੀ ਜੀ ਵੱਲੋਂ ਕਈ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਲਈ ਮੈਂ ਮੁੱਖ ਮੰਤਰੀ ਜੀ ਦੀ ਅਤੀ ਧੰਨਵਾਦੀ ਹਾਂ। ਇਹਨਾਂ ਉਪਰਾਲਿਆਂ ਵਿੱਚ ਪੇਂਡੂ ਖੇਤਰਾਂ ਵਿੱਚ ਸਫ਼ਰ ਸਹੂਲਤਾਂ ਪ੍ਰਦਾਨ ਕਰਨ ਲਈ ਆਮ ਨਾਗਰਿਕਾਂ ਤੋਂ ਮੰਗੀਆਂ ਗਈਆਂ ਅਰਜ਼ੀਆਂ ਦੇ ਆਧਾਰ ਤੇ ਰੂਟ ਸਰ ਹੁਣ ਮੈਂ ਰਿਕੁਐਸਟ ਕਰਨਾ ਚਾਹੂੰਗਾ ਮਿਸਟਰ HS ਮਾਨ ਜੋ ਪਟਿਆਲਾ ਤੋਂ ਨੇ, ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਡਿਪਾਰਟਮੈਂਟ ਨਾਲ ਜੋ ਡੀਲ ਕਰਦੇ ਨੇ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਮੈਂ ਟਰਾਂਸਪੋਰਟ ਵਿਭਾਗ 'ਚ ਜੋ ਆਨਲਾਈਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਵੱਲੋਂ, ਉਹਨਾਂ ਤੋਂ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋਇਆ ਔਰ ਮੈਂ ਬਹੁਤ ਹੀ ਖੁਸ਼ ਹਾਂ। ਮੈਂ ਇਸ ਬਾਰੇ ਆਪਣਾ ਇੱਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ 2-3 ਮਹੀਨੇ ਪਹਿਲੇ ਨਵੀਂ ਗੱਡੀ ਲਈ ਸੀ ਅਤੇ ਮੈਂ ਉਸ ਦੇ ਲਈ ਕੋਈ ਫੈਂਸੀ ਨੰਬਰ ਲੈਣਾ ਚਾਹੁੰਦਾ ਸੀ। ਪੁਰਾਣੇ ਟਾਈਮਾਂ ਦੇ ਵਿੱਚ ਹੁੰਦਾ ਸੀ ਤੁਸੀਂ ਕੋਈ ਫੈਂਸੀ ਨੰਬਰ ਲੈਣਾ, ਤੁਹਾਨੂੰ ਜ਼ਰੂਰਤ ਪੈਂਦੀ ਸੀ ਵੀ ਜਾਂ ਤਾਂ ਤੁਸੀਂ ਆਪਣੇ ਕਿਸੇ ਪੋਲੀਟੀਕਲ ਲਿੰਕ ਨੂੰ ਯੂਜ਼ ਕਰੋ ਜਾਂ ਕਿਸੇ ਅਫਸਰ ਸਾਹਿਬਾਨ ਨੂੰ ਬੇਨਤੀ ਕਰੋ ਜੀ ਮੈਨੂੰ ਇਹ ਨੰਬਰ ਚਾਹੀਦਾ ਹੈ। ਪਰੰਤੂ ਹੁਣ ਐਸਾ ਇੱਕਦਮ ਕਲੀਅਰ, ਕ੍ਰਿਸਟਲ ਕਲੀਅਰ, ਪਾਰਦਰਸ਼ੀ ਸਿਸਟਮ ਹੋ ਗਿਆ ਹੈ। ਤੁਸੀਂ ਜਸਟ ਰਜਿਸਟਰ ਆਪਣੇ ਘਰ ਬੈਠੇ ਆਨਲਾਈਨ ਤੁਸੀਂ ਬੋਲੀ ਦਿਓ ਐਂਡ ਵਨਸ ਯੂ ਆਰ ਥਰੂ, ਤੁਹਾਨੂੰ ਕਿਸੇ ਬੰਦੇ ਨੂੰ ਰਿਕੁਐਸਟ ਕਰਨ ਦੀ ਲੋੜ ਨਹੀਂ, ਕਿਸੇ ਬੰਦੇ ਨੂੰ ਰਿਸ਼ਵਤ ਦੇਣ ਦੀ ਲੋੜ ਨਹੀਂ। ਪਾਰਦਰਸ਼ੀ ਤਰੀਕੇ ਦੇ ਨਾਲ ਪੈਸੇ ਜਮ੍ਹਾਂ ਕਰਵਾਓ, ਘਰ ਬੈਠੇ ਹੀ RC ਆ ਜਾਂਦੀ ਹੈ। ਔਰ ਇਹ ਸਿਸਟਮ ਬਹੁਤ ਹੀ ਅੱਛਾ ਹੈ ਔਰ
ਇਸ ਦੇ ਨਾਲ ਸਰਕਾਰ ਨੂੰ ਰੈਵਨਿਊ ਵੀ ਆਉਂਦਾ ਹੈ ਵਿਚ ਇਜ਼ ਅ ਗੁੱਡ ਥਿੰਗ। ਦੂਸਰਾ ਮੈਂ ਸ਼ੇਅਰ ਕਰਨਾ ਚਾਹੁੰਦਾ ਜੀ, ਜਿਸ ਤਰ੍ਹਾਂ ਅੱਗੇ ਹੁੰਦਾ ਸੀ ਵੀ ਇੱਕ ਵਾਰ ਤੁਹਾਡੀ ਆਰਸੀ ਬਣ ਗਈ ਫਿਰ ਤੁਹਾਨੂੰ ਇਹ ਹਾਈ ਜਿਹੜੀ ਸਿਕਿਉਰਿਟੀ ਪਲੇਟਸ ਨੇ ਇਹ ਲੈਣਾ ਵੀ ਇੱਕ ਬਹੁਤ ਵੱਡੀ ਮੁਹਿੰਮ ਹੁੰਦੀ ਸੀ। ਤੁਸੀਂ ਅਪਲਾਈ ਕਰੋ, ਜਿਹੜੇ ਪਲੇਟਸ ਬਣਾਉਂਦੇ ਨੇ ਉਹ ਕਹਿੰਦੇ ਨੇ ਜੀ 2 ਮਹੀਨੇ ਬਾਅਦ ਆ ਜਾਣਾ ਜੀ, 1.5 ਮਹੀਨੇ ਬਾਅਦ ਆ ਜਾਣਾ। ਹੁਣ ਆਈ ਅਪਲਾਈਡ ਫॉर द plates ਜੀ, ਆਈ ਗॉट ਮਾਈ ਪਲੇਟਸ ਇਨ ਜਸਟ ਅ ਕਪਲ ਆਫ ਡੇਜ਼ ਐਟ ਮਾਈ ਹੋਮ ਵਿਚ ਇਜ਼ ਜਸਟ ਵੰਡਰਫੁਲ। ਮੈਂ ਇਹ ਸਾਰੀਆਂ ਆਨਲਾਈਨ ਫੈਸਿਲਿਟੀਜ਼ ਲਈ ਪੰਜਾਬ ਸਰਕਾਰ ਨੂੰ ਔਰ ਸਾਰੇ ਟਰਾਂਸਪੋਰਟ ਡਿਪਾਰਟਮੈਂਟ ਨੂੰ ਪੰਜਾਬ ਦੇ ਨੂੰ ਆਪਣੇ ਵੱਲੋਂ ਬਹੁਤ ਹੀ ਵਧਾਈ ਦਿੰਦਾ ਔਰ ਇਹ ਜੋ ਆਨਲਾਈਨ ਸਿਸਟਮ ਹੈ ਦਿਸ ਇਜ਼ ਜਸਟ ਵੰਡਰਫੁਲ। ਥੈਂਕ ਯੂ ਵੈਰੀ ਮਚ। Thank you very much. Thank you. Now I would like to call Paramjit ji from Hoshiarpur अपने विचार अपने एक्सपीरियंस साझा करें। ਹੈਲੋ, ਥੈਂਕ ਯੂ ਸਰ। ਮੈਂ ਪਰਮਜੀਤ ਸਿੰਘ ਸਨ of ਅਮਰਜੀਤ ਸਿੰਘ, ਪਿੰਡ ਪੰਡੋਰੀ ਬਾਬਾ ਦਾਸ, ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ। ਮੈਂ ਅਖਬਾਰ ਵਿੱਚ ਪੜ੍ਹਿਆ ਕਿ ਸਾਰਾ ਟਰਾਂਸਪੋਰਟ ਦਾ ਕੰਮ ਆਨਲਾਈਨ ਐਮ-ਪਰਿਵਾਹਨ ਤੇ ਹੁੰਦਾ ਹੈ। ਇਸ ਤੋਂ ਬਾਅਦ ਮੈਂ ਆਪਣਾ ਲਾਇਸੈਂਸ ਤੇ ਆਰਸੀ ਲਈ ਇਸ ਤੇ ਅਪਲਾਈ ਕੀਤਾ। ਇਸ ਤੋਂ ਬਾਅਦ ਮੇਰਾ ਸਾਰਾ ਕੰਮ ਬੜੀ ਆਸਾਨੀ ਨਾਲ ਹੋ ਗਿਆ ਤੇ ਮੈਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਖੱਜਲ ਖੁਆਰੀ ਨਹੀਂ ਹੋਈ। ਇਸ ਲਈ ਮੈਂ ਪੰਜਾਬ ਦੇ ਮੁੱਖ ਮੰਤਰੀ, ਮਾਨਯੋਗ ਮੁੱਖ ਮੰਤਰੀ ਜੀ ਤੇ ਸੁੰਦਰ ਸ਼ਾਮ ਅਰੋੜਾ ਜੀ ਦਾ ਦਿਲੋਂ ਧੰਨਵਾਦ ਕਰਦਾ ਹਾਂ। ਥੈਂਕ ਯੂ। करांगा मिस्टर दलजीत सिंह गुरदासपुर से अपने एक्सपीरियंस शेयर करेंगे। मिस्टर दलजीत सिंह। मैं दलजीत सिंह गुरदासपुर का रहने वाला जी। मैं सन 1985 ਵਿੱਚ ਪੰਜਾਬ ਸਰਕਾਰ ਵੱਲੋਂ ਪੜ੍ਹੇ ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸ਼ੁਰੂ ਕੀਤੀ ਮਿੰਨੀ ਬੱਸ ਸਕੀਮ ਤਹਿਤ ਟਰਾਂਸਪੋਰਟ ਦੇ ਕਾਰੋਬਾਰ ਨੂੰ ਆਪਣੀ ਰੋਜੀ ਰੋਟੀ ਦਾ ਸਾਧਨ ਬਣਾਇਆ ਸੀਗਾ ਜੀ। ਪਰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਮੇਰੇ ਪਰਮਿਟ ਕੈਂਸਲ ਹੋ ਗਏ ਸਨ ਜੀ। ਇਸ ਲਈ ਮੈਂ ਬੈਂਕਾਂ ਤੋਂ ਲਏ ਕਰਜ਼ੇ ਦੀ ਮਾਰ ਹੇਠ ਆਉਣ ਕਰਕੇ ਪਰੇਸ਼ਾਨ ਰਹਿਣ ਲੱਗ ਗਿਆ, ਕਿਉਂਕਿ ਮੇਰੇ ਕੋਲ ਇਸ ਉਮਰ ਵਿੱਚ ਹੋਰ ਕੋਈ ਕਾਰੋਬਾਰ ਕਰਨ ਦਾ ਤਜਰਬਾ ਵੀ ਨਹੀਂ ਸੀਗਾ ਜੀ। ਪਰ ਪਿਛਲੇ ਸਾਲ ਪੰਜਾਬ ਸਰਕਾਰ ਵੱਲੋਂ ਆਨਲਾਈਨ ਮਿੰਨੀ ਬੱਸ ਦੇ ਪਰਮਿਟ ਦੇਣ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਮੈਂ ਉਸ ਸਕੀਮ ਤਹਿਤ ਪਰਮਿਟ ਅਪਲਾਈ ਕੀਤਾ ਸੀ। ਮੇਰੇ ਕੋਲ ਕੋਈ ਸਿਫਾਰਸ਼ ਵੀ ਨਹੀਂ ਸੀ ਜੀ। ਅਤੇ ਹੁਣ ਮੈਨੂੰ ਜਦੋਂ ਕੱਲ ਆਰਟੀਏ ਦਫ਼ਤਰ ਗੁਰਦਾਸਪੁਰ ਤੋਂ ਫੋਨ ਆਇਆ ਕਿ ਆਪ ਜੀ ਨੂੰ ਪੰਜਾਬ ਸਰਕਾਰ ਵੱਲੋਂ ਸਵੈ ਰੁਜ਼ਗਾਰ ਸਕੀਮ ਤਹਿਤ ਮਿੰਨੀ ਬੱਸ ਦਾ ਪਰਮਿਟ ਦਿੱਤਾ ਗਿਆ ਹੈ ਜੀ, ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਇਹ ਪਰਮਿਟ ਮੈਨੂੰ ਬਿਨਾਂ ਕਿਸੇ ਸਿਫਾਰਸ਼ ਤੇ ਬਿਨਾਂ ਕਿਸੇ ਰਿਸ਼ਵਤ ਤੋਂ ਦਿੱਤਾ ਗਿਆ ਹੈ ਜੀ। ਤੇ ਅਜਿਹੀ ਹਾਲਾਤ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ, ਜਿਨ੍ਹਾਂ ਨੇ ਮੇਰੀ ਬਾਂਹ ਫੜ ਕੇ ਮੈਨੂੰ ਆਰਥਿਕ ਮੰਦੀ ਦਾ ਸ਼ਿਕਾਰ ਹੋਣ ਤੋਂ ਬਚਾ ਕੇ ਮੁੜ ਰੁਜ਼ਗਾਰ ਤੇ ਲਾਇਆ ਹੈ ਜੀ। ਮੈਂ ਕੈਪਟਨ ਸਾਹਿਬ, ਜਾਖੜ ਸਾਹਿਬ ਤੇ ਮੰਤਰੀ ਸਾਹਿਬਾਨ ਟਰਾਂਸਪੋਰਟ ਵਿਭਾਗ ਦੇ ਸਾਰੇ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਹਾਂ ਜੀ। ਬਹੁਤ ਧੰਨਵਾਦ ਜੀ। थैंक यू दलजीत जी। ਹੁਣ मैं बेनती करना चाहूँगा भूपिंदर कौर जी ਨੂੰ अपना एक्सपीरियंस शेयर करना ਬਠਿੰਡਾ ਤੋਂ। ਮੈਂ ਭੁਪਿੰਦਰ ਕੌਰ ਬਠਿੰਡਾ ਸ਼ਹਿਰ ਦੀ ਰਹਿਣ ਵਾਲੀ ਹਾਂ। ਕੁਝ ਸਮਾਂ ਪਹਿਲਾਂ ਮੈਂ ਸਰਕਾਰ ਵੱਲੋਂ ਅਖਬਾਰ ਵਿੱਚ ਮਿੰਨੀ ਬੱਸ ਪਰਮਿਟ ਦੇਣ ਦਾ ਇਸ਼ਤਿਹਾਰ ਦੇਖਿਆ। ਉਸ ਤੋਂ ਬਾਅਦ ਮੈਂ ਆਨਲਾਈਨ ਅਪਲਾਈ ਕੀਤਾ, ਜਿਸ ਤੋਂ ਬਾਅਦ ਅੱਜ ਮੈਨੂੰ ਸੂਚਿਤ ਕੀਤਾ ਗਿਆ ਕਿ ਤੁਹਾਡਾ ਪਰਮਿਟ ਸਰਕਾਰ ਵੱਲੋਂ ਮਨਜ਼ੂਰ ਕਰ ਲਿਆ ਗਿਆ ਹੈ। ਤੁਸੀਂ 24 ਫਰਵਰੀ 2021 ਨੂੰ ਆਪਣਾ ਗ੍ਰਾਂਟ ਪੱਤਰ ਲਿਜਾ ਸਕਦੇ ਹੋ। ਇਹ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋਈ। ਮੈਂ ਇਸ ਨਾਲ ਮੈਂ ਪੜ੍ਹੀ ਲਿਖੀ ਬੇਰੁਜ਼ਗਾਰ ਇਸ 2-3 ਜਣਿਆਂ ਨੂੰ ਹੋਰ ਕੰਮ ਦੇ ਸਕਦੀ ਹਾਂ। ਇਸ ਕੰਮ ਲਈ ਮੈਨੂੰ ਕਿਤੇ ਵੀ ਸਰਕਾਰੀ ਕਿਸੇ ਵੀ ਦਫ਼ਤਰ ਜਾਂ ਕਿਸੇ ਵੀ ਕਿਤੇ ਵੀ ਜਾਣਾ ਨਹੀਂ ਪਿਆ। ਧੰਨਵਾਦ। ਥੈਂਕ ਯੂ ਵੈਰੀ ਮਚ। ਹੁਣ ਮੈਂ ਬੇਨਤੀ ਕਰਨਾ ਚਾਹੂੰਗਾ ਰੁਪਿੰਦਰ ਕੌਰ ਗਿੱਲ ਜੀ ਨੂੰ ਅੰਮ੍ਰਿਤਸਰ ਤੋਂ। ਹਾਂਜੀ, ਮੈਂ ਰੁਪਿੰਦਰ ਕੌਰ ਗਿੱਲ, ਪਤਨੀ ਸਰਦਾਰ ਅਜਮੇਰ ਸਿੰਘ, ਵਾਸੀ ਨੈਸ਼ਨਲ ਸਿਟੀ ਹੋਮ ਦੀ ਰਹਿਣ ਵਾਲੀ ਹਾਂ। ਮੈਂ ਪਿਛਲੇ ਦਿਨੀ 25 ਦਸੰਬਰ ਨੂੰ ਇੱਕ ਗੱਡੀ ਪਰਚੇਜ਼ ਕੀਤੀ, ਜਿਹਦਾ ਕਿ ਮੈਂ ਫੈਂਸੀ ਨੰਬਰ ਲਗਵਾਉਣਾ ਚਾਹੁੰਦੀ ਸੀਗੀ। ਸੋ ਮੈਂ ਆਰਟੀਆਈ ਆਫਿਸ ਮੈਂ ਕਾਲ ਕੀਤੀ, ਜਿਸ ਉਪਰੰਤ ਉਹਨਾਂ ਨੇ ਮੈਨੂੰ ਸਾਰਾ ਜਿਹੜਾ ਆਨਲਾਈਨ ਦਾ ਪ੍ਰੋਸੈਸ ਸਮਝਾ ਦਿੱਤਾ ਕਿਵੇਂ ਅਪਲਾਈ ਕਰਨਾ। ਮੈਂ ਆਪਣੇ ਘਰ ਤੋਂ ਬੈਠ ਕੇ ਹੀ ਆਨਲਾਈਨ ਅਪਲਾਈ ਕੀਤਾ ਜੀ। ਔਰ ਨਾਲ ਹੀ 31/1/2021 ਨੂੰ ਮੈਂ ਆਨਲਾਈਨ ਅਪਲਾਈ ਕੀਤਾ, ਰਜਿਸਟ੍ਰੇਸ਼ਨ ਕਰਵਾਈ, ਜਿਸ ਦੇ ਉਪਰੰਤ ਮੈਂ ਆਨਲਾਈਨ ਹੀ ਬੋਲੀ ਦਿੱਤੀ। ਔਰ ਇਹ ਨੰਬਰ ਮੈਨੂੰ 5/2/2021 ਨੂੰ ਮੈਨੂੰ ਜਿਹੜਾ ਇਸ਼ੂ ਹੋਇਆ। ਔਰ ਮੈਨੂੰ ਕਿਸੇ ਵੀ ਆਫਿਸ ਦਾ ਚੱਕਰ ਨਹੀਂ ਕੱਢਣਾ ਪਿਆ। ਔਰ ਬਣਦੀ ਫੀਸ ਜਿਹੜੀ ਆ ਮੈਂ 5/2/2021 ਨੂੰ ਹੀ ਦੇ ਦਿੱਤੀ। ਸੋ ਇਸ ਕਰਕੇ ਮੈਨੂੰ ਘਰੇ ਬੈਠੇ ਹੀ ਜਿਹੜੀ ਆਨਲਾਈਨ ਸਰਵਿਸ ਆ ਉਹਦਾ ਮੈਂ ਲਾਭ ਚੱਕਿਆ। ਮੈਨੂੰ ਕਿਸੇ ਆਫਿਸ ਨਹੀਂ ਜਾਣਾ ਪਿਆ, ਕਿਸੇ ਨੂੰ ਕੋਈ ਬਣਦੀ ਫੀਸ ਤੋਂ ਇਲਾਵਾ ਇੱਕ ਪੈਸਾ ਵੀ ਨਹੀਂ ਮੈਂ ਦਿੱਤਾ।
ਸੋ ਮੈਂ ਧੰਨਵਾਦ ਕਰਦੀ ਹਾਂ ਪੰਜਾਬ ਸਰਕਾਰ ਦਾ, ਖਾਸ ਕਰਕੇ ਸਾਡੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦਾ, ਜਿਨ੍ਹਾਂ ਨੇ ਇਹ ਆਨਲਾਈਨ ਸਰਵਿਸ ਜਿਹੜੀ ਸ਼ੁਰੂ ਕੀਤੀ। ਔਰ ਨਾਲ ਹੀ ਮੈਂ ਟਰਾਂਸਪੋਰਟ ਅਧਿਕਾਰੀਆਂ ਦਾ ਵੀ ਮਤਲਬ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਪਬਲਿਕ ਨੂੰ ਖੱਜਲ ਖਵਾਰ ਤੇ ਵਾਧੂ ਜਿਹੜੇ ਏਜੰਟਸ ਨੂੰ ਪੈਸੇ ਪੇ ਕਰਦੇ ਸੀ ਜਾਂ ਕੋਈ ਪੋਲੀਟੀਕਲ ਲੈਵਲ ਤੇ ਸਿਫਾਰਸ਼ਾਂ ਪਾਉਣੀਆਂ ਪੈਂਦੀਆਂ ਸੀ, ਉਹਨਾਂ ਤੋਂ ਮੁਕਤ ਕਰਵਾਇਆ। ਧੰਨਵਾਦ ਕਰਦੀ ਹਾਂ ਜੀ। ਸਬਾਨ, ਹੋਰ ਸਾਰੇ ਬੈਨੀਫਿਸ਼ਰੀਜ਼, ਸਾਰੇ MLA ਸਬਾਨ ਔਰ ਖਾਸ ਤੌਰ ਤੇ ਮੈਡਮ ਰਜ਼ੀਆ ਸੁਲਤਾਨਾ ਜੀ, ਜਿਨ੍ਹਾਂ ਨੇ ਇਸ ਮਹਿਕਮੇ ਦੀ ਬੜੀ ਖੂਬਸੂਰਤ ਅਗਵਾਈ ਕਰ ਰਹੇ ਆ। ਔਰ ਬੜਾ ਖੁਸ਼ੀ ਹੋਈ ਵੇਖ ਕੇ ਵੀ ਕਿਸ ਤਰੀਕੇ ਨਾਲ ਆਮ ਲੋਕਾਂ ਨੂੰ ਇਹ ਚੀਜ਼ਾਂ ਟਰਾਂਸਪੋਰਟ ਮਹਿਕਮੇ ਵੱਲੋਂ ਇੱਕ ਐਗਜ਼ਾਮਪਲ ਸੈੱਟ ਹੋ ਰਿਹਾ, ਇੱਕ ਕਰਪਸ਼ਨ ਫ੍ਰੀ ਗੱਲਾਂ ਜਿਵੇਂ ਕਰ ਰਹੇ ਆ ਵੀ ਪੈਸਾ ਨਹੀਂ ਦੇਣਾ ਪੈ ਰਿਹਾ, ਔਰ ਇਹ ਸਾਰੀਆਂ ਚੀਜ਼ਾਂ ਨੂੰ ਪ੍ਰੈਕਟੀਕਲੀ ਇਹ ਪੋਸੀਬਲ ਹੋ ਰਹੇ ਆ। ਕਿਉਂਕਿ ਅਕਸਰ ਅਗਰ ਟਰਾਂਸਪੋਰਟ ਮਹਿਕਮੇ ਦੀ ਗੱਲ ਕਰੀਏ ਤੇ ਬੱਸਾਂ ਦੀ ਗੱਲ ਕਰੋ, ਪਰਮਿਟਾਂ ਦੀ ਗੱਲ ਕਰੋ, ਤੇ ਇਹਦੇ ਨਾਲ ਬਾਦਲਾਂ ਦਾ ਹੀ ਨਾਂ ਜੁੜਦਾ ਸੀ ਹਮੇਸ਼ਾ। ਕਦੀ ਬਾਦਲਾਂ ਤੋਂ ਇਲਾਵਾ ਬੱਸਾਂ ਪਰਮਿਟਾਂ ਤੋਂ ਇਲਾਵਾ ਕਦੀ ਸੁਣਿਆ ਨਹੀਂ ਸੀਗਾ ਕੁਝ ਵੀ ਆਮ ਬੰਦੇ ਕੋਲ ਵੀ ਕਦੀ ਪਰਮਿਟ ਪਹੁੰਚਣਗੇ ਜਾਂ ਕਿਸੇ ਇਹੋ ਜਿਹੇ ਲੋਕਾਂ ਕੋਲ ਵੀ ਪਰਮਿਟ ਆਣਗੇ ਜਿਨ੍ਹਾਂ ਨੇ ਸ਼ਾਇਦ ਕਦੀ ਆਸ ਉਮੀਦ ਨਹੀਂ ਹੋਊਗੀ। ਸੋ ਇੱਕ ਬੜੀ ਖੁਸ਼ੀ ਦੀ ਗੱਲ ਆ ਕੈਪਟਨ ਸਾਹਿਬ ਵੀ ਤੁਹਾਡੀ ਸਰਕਾਰ ਦੇ ਵਿੱਚ ਇਸ ਪਾਰਦਰਸ਼ਤਾ ਨੂੰ ਅੰਜਾਮ ਦਿੱਤਾ ਗਿਆ। ਔਰ ਰਾਜਨੀਤਿਕ ਤੌਰ ਦੇ ਉੱਤੇ ਵੀ ਅਗਰ ਗੱਲ ਕਰਨਾ ਚਾਹੀਏ ਕੈਪਟਨ ਸਾਹਿਬ, ਜਦੋਂ ਵੀ ਆਪਾਂ ਇੱਕ ਮੈਸੇਜ ਹੁੰਦਾ ਵਾ ਰਾਜਨੀਤੀ ਦੇ ਵਿੱਚ, ਔਰ ਪੰਜਾਬ ਦੇ ਵਿੱਚ ਹਮੇਸ਼ਾ ਵਿਰੋਧ ਦੀ ਰਾਜਨੀਤੀ ਰਹੀ ਆ। ਅਗਰ ਤੁਸੀਂ ਭਾਵੇਂ 84 ਦਾ ਦੌਰ ਵੇਖ ਲਓ, ਭਾਵੇਂ ਤੁਸੀਂ 92 ਦੇ ਵਿੱਚ ਅੱਤਵਾਦ ਦਾ ਦੌਰ ਵੇਖ ਲਓ, ਔਰ ਅਗਰ ਤੁਸੀਂ ਲੀਡਰਸ਼ਿਪ ਵੀ ਮਰਜ ਹੁੰਦੀ ਵੇਖ ਲਓ, ਬਾਦਲ ਸਾਹਿਬ ਵੀ ਹਮੇਸ਼ਾ ਸੈਂਟਰ ਦਾ ਵਿਰੋਧ ਕਰਕੇ ਹੀ ਉਭਰਦੇ ਰਹੇ, ਹਾਲੇ ਕੀਤਾ ਕੱਖ ਨਹੀਂ। ਲੇਕਿਨ ਤੁਸੀਂ ਵੀ ਅਗਰ ਤੁਹਾਡੀ ਵੀ ਕੈਪਟਨ ਸਾਹਿਬ ਗੱਲ ਕਰੀਏ ਤੇ ਇੱਕ ਤਰ੍ਹਾਂ ਤੋਂ ਰੈਬਲ ਦੇ ਤੌਰ ਦੇ ਉੱਤੇ ਤੁਸੀਂ ਵੀ ਹਮੇਸ਼ਾ ਆਪਣਾ ਇੱਕ ਵਿਰੋਧ ਜ਼ਰੂਰ ਕੀਤਾ ਵਾ, ਔਰ ਉਹਨੂੰ ਲੌਜੀਕਲ ਕਨਕਲੂਜਨ ਤੱਕ ਵੀ ਲੈ ਕੇ ਦਿੱਤਾ। ਭਾਵੇਂ ਉਹ ਪਾਣੀਆਂ ਦੀ ਗੱਲ ਹੋਵੇ, ਭਾਵੇਂ ਆਪਣਾ ਕੀ ਕਹਿੰਦੇ 84 ਦੀ ਗੱਲ ਹੋਵੇ, ਇੱਕ ਤੁਸੀਂ ਸਿਸਟਮ ਦੇ ਖਿਲਾਫ ਇੱਕ ਆਵਾਜ਼ ਜ਼ਰੂਰ ਚੱਕੀ। ਲੇਕਿਨ ਇਸ ਟੈਨਿਓਰ ਦੇ ਵਿੱਚ ਕੈਪਟਨ ਸਾਹਿਬ ਇੱਕ ਖਾਸੀਅਤ ਰਹੀ ਆ, ਇਸ ਟੈਨਿਓਰ ਦੇ ਵਿੱਚ ਉਹ ਵਿਰੋਧ ਔਰ ਉਹ ਸ਼ਾਇਦ ਆਪਾਂ ਇੱਕ ਵੈਂਡੇਟਾ ਜਿਹਨੂੰ ਕਈ ਵਾਰ ਕਹਿ ਦਿੰਦੇ, ਕਿਉਂਕਿ ਪੰਜਾਬ ਦੇ ਵਿੱਚ ਅਗਰ ਰਾਜਨੀਤੀ ਵੇਖੋ ਤਾਂ ਜ਼ਿਆਦਾਤਰ ਇਹ ਨਹੀਂ ਹੁੰਦੀ ਵੀ ਮੈਨੂੰ ਕੀ ਮਿਲਿਆ, ਇਹ ਹੁੰਦਾ ਵੀ ਅਗਲੇ ਨੂੰ ਠੋਕਿਆ ਕਿ ਨਹੀਂ ਠੋਕਿਆ, ਜੋ ਕਿ ਹਮੇਸ਼ਾ ਆਪਾਂ ਪੰਜਾਬ 'ਚ ਹੀ ਵੇਖੀਦਾ ਵੀ ਹਾਂ। ਅੱਜ ਵੀ ਇੱਕ ਸੈਂਟੀਮੈਂਟ ਸੀਗਾ ਵੀ ਬਾਦਲਾਂ ਦਾ ਜਿਹੜਾ ਇਹ ਸਿਸਟਮ ਸੀਗਾ ਵੀ ਹਾਂ ਲੋਕਾਂ 'ਚ ਇੱਕ ਸੀਗਾ ਵੀ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ। ਹਾਲਾਂਕਿ ਲਾਅ ਇਜ਼ ਟੇਕਿੰਗ ਇਟ ਇਨ ਓਨ ਕੋਰਸ, ਬਟ ਤੁਸੀਂ ਵਿੰਡਿਕਟਿਵ ਨਹੀਂ ਹੋਏ, ਤੁਸੀਂ ਵੈਂਡੇਟਾ ਨਹੀਂ ਕੀਤਾ, ਕਿਉਂਕਿ ਆਹ ਚੀਜ਼ਾਂ ਇੰਪੋਰਟੈਂਟ ਸੀਗੀਆਂ। ਅੱਜ ਅਗਰ ਆਪਾਂ ਵੈਂਡੇਟਾ ਕਰਦੇ ਜਾਂ ਇਹ ਸਾਰਾ ਕੁਝ ਕਰਦੇ ਤੇ ਸ਼ਾਇਦ ਆਪਾਂ ਆਮ ਬੰਦਿਆਂ ਨੂੰ ਇਹ ਸਹੂਲਤਾਂ ਨਾ ਦੇ ਸਕਦੇ। ਅੱਜ ਟਰਾਂਸਪੋਰਟ ਮਹਿਕਮੇ ਵਿੱਚ ਮੈਂ ਆਪਣੇ ਆਪ ਦਾ ਐਕਸਪੀਰੀਅੰਸ ਸ਼ੇਅਰ ਕਰਨਾ ਸਰ, ਰੋਪੜ 'ਚ ਕਰਪਸ਼ਨ ਥਰਡੇ ਲੈਵਲ ਤੇ ਬਹੁਤ ਜ਼ਿਆਦਾ ਸੀਗੀ। ਮੈਂ ਸ਼ਾਇਦ STC ਸਾਹਿਬ ਆ, ਮੈਨੂੰ ਨਾਮ ਨਹੀਂ ਉਹਨਾਂ ਦਾ, ਡਾਕਟਰ ਅਮਰਪਾਲ ਸ਼ਾਇਦ, ਮੈਂ ਸਰ ਉਹਨਾਂ ਨੂੰ ਇੱਕ ਵਾਰ ਕਿਹਾ ਸਰ ਐਡਾ ਵਧੀਆ ਤਰੀਕੇ ਨਾਲ ਉੱਥੇ ਏਜੰਟੀ ਖਤਮ ਹੋਈ, ਜੋ ਉੱਥੇ 1000-1500 ਰੁਪਇਆ ਲਿੱਤਾ ਜਾਂਦਾ ਸੀਗਾ। ਮੈਂ ਮੈਡਮ ਰਜ਼ੀਆ ਦਾ ਵੀ ਧੰਨਵਾਦ ਕਰੂੰਗਾ, ਉਹਨਾਂ ਦੀ ਨੌਲੇਜ ਵਿੱਚ ਲਿਆਂਦਾ ਗਿਆ। ਔਰ ਸਰ ਇਹ ਥਰਡੇ ਲੈਵਲ ਦੇ ਉੱਤੇ ਜਿਹੜੇ ਰੋਜ਼ ਦੇ ਲੋਕ ਆ, ਜਿਹੜੇ ਰੋਜ਼ ਦੀਆਂ ਸ਼ਾਇਦ ਉਹਨਾਂ ਨੂੰ ਇਹ ਮਤਲਬ ਨਹੀਂ ਆ ਵੀ ਆਪਣਾ ਕੀ ਕਹਿੰਦੇ, ਉਹਨਾਂ ਨੂੰ ਆਪਣੀ ਸਹੂਲਤਾਂ ਨਾਲ ਮਤਲਬ ਆ, ਉਹਨਾਂ ਨੂੰ ਇਹ ਮਤਲਬ ਨਹੀਂ ਆ ਵੀ ਆਪਾਂ ਕਿਸੇ ਨੂੰ ਫੜ ਕੇ ਅੰਦਰ ਦਿੱਤਾ ਜਾਂ ਨਹੀਂ ਦਿੱਤਾ, ਕਿਉਂਕਿ ਉਹਦੇ ਕੋਲ ਰੋਜੀ ਰੋਟੀ ਤੋਂ ਕਮਾਉਣ ਤੋਂ ਇਲਾਵਾ ਇਹ ਚੀਜ਼ਾਂ ਬਾਰੇ ਸੋਚਣ ਦਾ ਟਾਈਮ ਨਹੀਂ ਹੈਗਾ। ਔਰ ਸਰ ਇਹ ਇਸ ਰਾਜਨੀਤੀ ਦਾ ਇੱਕ ਨਵਾਂ ਫੇਜ਼ ਆ ਸਰ, ਇਹ ਰਾਜਨੀਤੀ ਦਾ ਨਵਾਂ ਫੇਜ਼ ਆ। ਔਰ 2022 ਇਹੀ ਡਿਸਾਈਡ ਕਰੂਗਾ ਸਰ ਕਿ ਆਪਾਂ ਵੈਂਡੇਟਾ ਔਰ ਵਿਰੋਧ ਔਰ ਠੋਕਣ ਠਕਾਣ ਨੂੰ ਅੱਗੇ ਰੱਖ ਕੇ ਵੋਟਾਂ ਪਾਣੀਆਂ, ਜਾਂ ਆਪਾਂ ਡਿਵੈਲਪਮੈਂਟ ਪੰਜਾਬ ਨੂੰ ਇੱਕ ਜਿਹੜੀ ਨਵੀਂ ਸੇਧ ਮਿਲ ਰਹੀ ਆ ਤੁਹਾਡੀ ਇਸ ਟੈਨਿਓਰ ਦੇ ਵਿੱਚ। ਠੀਕ ਆ ਸਰ, ਇੱਕ ਟਾਈਮ ਹੁੰਦਾ ਜਦੋਂ ਇਹ ਵੀ ਬਹੁਤ ਜ਼ਰੂਰੀ ਹੁੰਦਾ ਵਾ, ਲੇਕਿਨ ਅੱਜ ਜਿਹੜਾ ਸਮਾਂ ਵਾ, ਅੱਜ ਇਸ ਸਮੇਂ ਦੇ ਨਾਲ ਇਹਦਾ ਸਰ ਇਹ ਮਤਲਬ ਨਾ ਸਮਝੋ ਵੀ ਆਪਾਂ ਸਰ ਇਹਨਾਂ ਨੂੰ ਬਖਸ਼ ਦੇਣਾ ਵਾ, ਇਹਨਾਂ ਦਾ ਹਿਸਾਬ ਕਿਤਾਬ ਤਾਂ ਜ਼ਰੂਰ ਲੈਣਾ, ਲੇਕਿਨ ਇੰਪੋਰਟੈਂਸ ਜਿਹੜੀ ਆ ਸਰ ਉਹ ਇਸ ਚੀਜ਼ ਨੂੰ ਦੇਣੀ ਚਾਹੀਦੀ ਆ ਵੀ ਕੀ ਆਮ ਲੋਕਾਂ ਨੂੰ ਆ ਸਹੂਲਤਾਂ ਮਿਲ ਰਹੀਆਂ। ਔਰ ਸਰ ਤੁਹਾਡੇ ਟੈਨਿਓਰ ਦੇ ਅੰਡਰ ਇਹ ਇੱਕ ਰਾਜਨੀਤਿਕ ਚੇਂਜ ਆ, ਇੱਕ ਮਾਈਂਡਸੈਟ ਦੀ ਚੇਂਜ ਆ। ਅਗਰ ਪੰਜਾਬ ਇਸ ਚੀਜ਼ ਨੂੰ ਸਮਝ ਸਕੂਗਾ ਤੇ ਸਰ ਹੋਰ ਬਿਹਤਰ ਉਭਰੂਗਾ, ਨਹੀਂ ਤਾਂ ਸਾਰੀ ਉਮਰ ਵਿਰੋਧ ਹੀ ਕਰਦੇ ਆਏ ਆਪਾਂ, ਕਦੀ ਸੈਂਟਰ ਦਾ ਵਿਰੋਧ ਕਰ ਲਿਆ, ਕਦੀ ਆਪਸੀ ਵਿਰੋਧ ਹੋ ਗਿਆ, ਕਦੀ ਲੀਡਰਾਂ ਦਾ ਵਿਰੋਧ ਹੋ ਗਿਆ। ਅੱਜ ਲੋੜ ਆ ਸਰ ਪ੍ਰੋਗਰੈਸਿਵ ਰਾਜਨੀਤੀ ਦੀ ਔਰ ਇੱਕ ਡਿਵੈਲਪਮੈਂਟ ਓਰੀਐਂਟਡ ਮੁੱਦਿਆਂ ਦੀ ਰਾਜਨੀਤੀ ਦੀ, ਜੋ ਕਿ ਸਰ ਸਾਨੂੰ ਇਸ ਵੇਖ ਰਹੀ ਆ। ਹਾਲਾਂਕਿ ਸਾਡੇ ਅੰਦਰ ਵੀ ਕਈ ਵਾਰ ਟੀਸ ਆਉਂਦੀ ਆ ਸਰ, ਇਹਨਾਂ ਨੇ 10 ਸਾਲ ਜੋ ਤਸ਼ੱਦਦਾਂ ਕੀਤੀਆਂ ਉਹਨਾਂ ਦਾ ਹਿਸਾਬ ਕਿਤਾਬ ਜ਼ਰੂਰ ਹੋਣਾ ਚਾਹੀਦਾ ਵਾ, ਸਪੈਸ਼ਲੀ ਸਰ ਬਾਦਲਾਂ ਦੀ ਬੱਸਾਂ ਦਾ। ਇਹ ਸਰ ਸਭ ਨੂੰ ਅੱਖਾਂ 'ਚ ਰੜਕਦੀਆਂ ਵੀ ਜ਼ਰੂਰ ਆ। ਉਮੀਦ ਭਾਵੇਂ ਚਲਾਨ ਕਰਕੇ, ਲੇਕਿਨ ਫਿਰ ਉਹੀ ਗੱਲ ਆ ਜਾਂਦੀ ਸਰ, ਚਲਾਨ ਕਰਕੇ ਕਿਸੇ ਦਾ ਢਿੱਡ ਨਹੀਂ ਭਰੂਗਾ। ਢਿੱਡ ਭਰੂਗਾ ਜਦੋਂ ਕਿਸੇ ਨੂੰ ਬੱਸ ਦਾ ਪਰਮਿਟ ਮਿਲੂਗਾ, ਜਦੋਂ ਕਿਸੇ ਦੀ ਜੇਬ 'ਚੋਂ 1000 ਰੁਪਇਆ ਰਿਸ਼ਵਤ ਨਹੀਂ ਜਾਊਗੀ। ਔਰ ਸਰ ਇਹ
ਡਿਪਾਰਟਮੈਂਟ ਨੂੰ ਵੀ ਸਰ ਮੈਂ, ਕਿਉਂਕਿ ਸਰ ਯੰਗਸਟਰ ਵੀ ਸੁਣ ਰਹੇ ਆ, ਸਾਡੇ ਨੌਜਵਾਨ ਵੀ ਸੁਣ ਰਹੇ ਆ, ਔਰ ਉਹਨਾਂ ਨੂੰ ਇਹ ਪਰਮਿਟ ਵੀ ਮਿਲ ਰਿਹਾ। ਆਪਾਂ ਨੂੰ ਵੀ ਸਰ ਐਜ਼ ਵੋਟਰ ਵੀ ਇਹ ਚੀਜ਼ਾਂ ਦੇ ਫੈਸਲੇ ਲੈਣੇ ਪੈਣੇ ਆ ਵੀ ਕੀ ਸਰਕਾਰਾਂ ਦਾ ਕੰਮ ਸਿਰਫ ਇੱਕ ਦੂਜੇ ਨਾਲ ਵਿਰੋਧ ਦਾ ਵਾ ਜਾਂ ਡਿਵੈਲਪਮੈਂਟ ਦਾ ਵਾ। ਇਹ ਵੱਡਾ ਸਵਾਲ ਰਹੂਗਾ ਸਰ 2022 ਚ। ਉਮੀਦ ਕਰਦੇ ਆ ਇਹ ਫੈਸਲਾ, ਇਹ ਚੀਜ਼ਾਂ ਲੈ ਕੇ ਅਸੀਂ ਲੋਕਾਂ ਤੱਕ ਜਾਣ ਸਕਾਂਗੇ। ਅਖੀਰ ਦੇ ਵਿੱਚ ਸਰ ਮੈਂ ਫਿਰ ਤੁਹਾਨੂੰ ਇੱਕ ਰਿਕਵੈਸਟ ਕਰਦਾ, ਸਰ ਬਹੁਤ ਕੰਮ ਹੋ ਰਿਹਾ, ਮਾਲਕਾਨਾ ਹੱਕਾਂ ਤੋਂ ਲੈ ਕੇ ਆਪਣਾ ਕਿਸਾਨਾਂ ਦੇ ਕਰਜ਼ੇ ਤੋਂ ਲੈ ਕੇ, ਭਾਵੇਂ ਤੁਸੀਂ ਪਰਮਿਟਾਂ ਦੀ ਗੱਲ ਕਰ ਲਓ, ਭਾਵੇਂ ਤੁਸੀਂ ਕਾਰਡਾਂ ਦੀ ਗੱਲ ਕਰ ਲਓ, ਲੇਕਿਨ ਬਹੁਤ ਘੱਟ ਲੋਕ ਹੁੰਦੇ ਆ ਜਿਹੜੇ ਇਹ ਕਹਿ ਦਿੰਦੇ ਆ ਵੀ ਕੈਪਟਨ ਸਾਹਿਬ ਸਵਾਦ ਆ ਗਿਆ, ਮੈਨੂੰ ਬੱਸ ਦਾ ਪਰਮਿਟ ਮਿਲ ਗਿਆ। ਅੱਜ ਵੀ ਲੋਕਾਂ ਨੂੰ ਕਈ ਵਾਰ ਸਵਾਦ ਇਸੇ ਗੱਲ ਦਾ ਆਉਂਦਾ ਵੀ ਲੈ 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 ਫੜ ਕੇ ਦੂਜੇ ਨੂੰ ਅੰਦਰ ਦੇ ਦਿੱਤਾ। ਇਹ ਚੀਜ਼ ਨੂੰ ਸਰ ਬਦਲਣ ਵਾਸਤੇ ਸਾਨੂੰ ਇਹਨੂੰ ਹੋਰ ਅਗਰੈਸਿਵਲੀ ਔਰ ਹੋਰ ਇਹਨੂੰ PR ਦੇ ਰਾਹੀਂ ਜਿੰਨੇ ਸਾਡੇ ਵਾਅਦੇ ਹੋਏ ਆ ਸਰ ਉਹਨਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਰਾਹੀਂ ਸਾਨੂੰ ਹੋਰ ਸਰ ਇਸ ਚੀਜ਼ ਵਿੱਚ ਐਫਰਟ ਮਾਰਨਾ ਪਊਗਾ, ਤਾਂ ਕਿ ਅਸੀਂ ਸਰ ਇਹ ਡਿਵੈਲਪਮੈਂਟ ਜਿਹੜੀ ਆਪਾਂ ਕੀਤੀ ਆ, ਜਿੰਨੇ ਵਾਅਦੇ ਕੀਤੇ ਸਰ ਸ਼ਾਇਦ ਮੈਨੂੰ ਵੀ ਨਹੀਂ ਪਤਾ ਹੋ ਸਕਦੇ ਜਿੰਨੇ ਵਾਅਦੇ ਅਸੀਂ ਕੀਤੇ ਆ, ਲੇਕਿਨ ਅਗਰ ਬੈਨੀਫੀਸ਼ੀਅਰੀਜ਼ ਨੂੰ ਜਿਸ ਤਰੀਕੇ ਨਾਲ ਸਰ ਦਿਖਾਇਆ ਜਾ ਰਿਹਾ, ਲੋਕਾਂ ਦੇ ਅੱਗੇ ਲੈ ਕੇ ਜਾਇਆ ਜਾ ਰਿਹਾ, ਇਹਦੀ ਹੋਰ ਸਖਤ ਲੋੜ ਆ ਸਰ। ਔਰ ਜਿੰਨੇ ਬੈਨੀਫੀਸ਼ੀਅਰੀਜ਼ ਆ ਔਰ ਇਹਦਾ ਫੋਲੋਅਪ ਔਰ ਇਹ ਚੀਜ਼ਾਂ ਸਰ ਹੁੰਦੀਆਂ ਰਹਿਣਗੀਆਂ, ਔਰ ਪੰਜਾਬ ਦਾ ਮਾਈਂਡਸੈਟ ਵੀ ਬਦਲੂਗਾ। ਵੋਟਾਂ ਸਰ ਪੈਂਦੀਆਂ ਰਹਿਣਗੀਆਂ, ਆਉਂਦੀਆਂ ਰਹਿਣਗੀਆਂ, ਲੇਕਿਨ ਇਸ ਮਾਈਂਡਸੈਟ ਨੂੰ ਅਗਰ ਬਦਲਣਾ ਵਾ ਤੇ ਇਹ ਬੈਨੀਫੀਸ਼ੀਅਰੀਜ਼ ਲੋਕਾਂ ਨੂੰ ਜਿਹੜਾ ਦਾ ਫਾਇਦਾ ਮਿਲਿਆ ਉਹਨਾਂ ਨੂੰ ਹਾਈਲਾਈਟ ਕਰੀਏ ਔਰ ਇੱਕ ਵਧੀਆ ਸਰ ਮਾਹੌਲ ਕ੍ਰੀਏਟ ਕਰੀਏ ਔਰ ਇਸ ਵਿਰੋਧ ਦੀ ਰਾਜਨੀਤੀ ਤੋਂ ਲੈ ਕੇ ਇੱਕ ਪ੍ਰੋਗਰੈਸ ਵਾਲੀ ਰਾਜਨੀਤੀ ਵੱਲ ਨੂੰ ਚੱਲੀਏ ਤੇ ਸਰ ਪੰਜਾਬ ਦਾ ਬਹੁਤ ਭਲਾ ਹੋਊਗਾ ਤੁਹਾਡੇ ਰਾਜ ਦੇ ਅੰਦਰ। ਉਮੀਦ ਕਰਦੇ ਹਾਂ ਸਰ ਇਹੋ ਜਿਹੇ ਸਕੀਮਾਂ, ਇਹੋ ਜਿਹੇ ਵੈਲਫੇਅਰ ਜਿਹੜੇ ਤੁਸੀਂ ਕਰ ਰਹੇ ਹੋ ਇਹ ਪੰਜਾਬ ਦੇ ਲੋਕਾਂ ਤੱਕ ਪਹੁੰਚਣਗੀਆਂ ਔਰ ਇੱਕ ਵਧੀਆ ਸਰ ਮੈਸੇਜ ਤੁਹਾਡੇ ਰਾਜ ਦੇ ਅੰਦਰ ਜਾਊਗਾ। ਕਾਂਗਰਸ ਪਾਰਟੀ ਦੀ ਸਰਕਾਰ ਬਣੂਗੀ, ਤੁਸੀਂ ਦੁਬਾਰਾ ਮੁੱਖ ਮੰਤਰੀ ਬਣੋਗੇ ਔਰ ਸਰ ਸਾਨੂੰ ਬਹੁਤ ਇਸ ਚੀਜ਼ ਦੀ ਖੁਸ਼ੀ ਮਿਲੂਗੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। थैंक यू वेरी मच श्री वीरेंद्र सिंह जी को मैं बेनती करना चाहूँगा कि प्रेसिडेंट पंजाब प्रदेश कांग्रेस श्री सुनील जाखड़ मैं रिक्वेस्ट करूंगा डॉक्टर अमर सिंह जी साडे मैंबर पार्लीमेंट दो शब्द कहन प्लीज। थैंक यू सर। सर धन्यवाद तुहाडा, तुसीं मैनूं इस मीटिंग च आउण दा मौका दिता। मैं ते गल्लां सुन के जो ट्रांसपोर्ट डिपार्टमेंट गल्लां कर रहा सी ते मेरा दिमाग अपनी ब्यूरोक्रेटिक लाइफ वल चला गया कि असी गल्लां करदे हुंदे सी। सुरेश जी हस रहे आ मेरी गल सुन के कि पब्लिक पॉलिसी की हुंदी है। पब्लिक पॉलिसी मतलब गवर्नमेंट पॉलिसी एंड ਜਿਹੜੀ ਪਬਲਿਕ ਪੋਲਿਸੀ ਆ ਉਹ ਕਿਵੇਂ ਲੋਕਾਂ ਦੀ ਲਾਈਫ ਚੇਂਜ ਕਰ ਸਕਦੀ ਆ, ਕਿਵੇਂ ਉਹਨੂੰ ਅਫੈਕਟ ਕਰ ਸਕਦੀ ਆ। ਸਰ ਮੈਂ ਤੁਹਾਨੂੰ ਆਪਣੇ ਮਨੋਂ ਸਰ ਵਧਾਈ ਦਿੰਨਾ ਕਿ ਜਿਹੜਾ ਤੁਹਾਡੀ ਸਰਕਾਰ 'ਚ ਪਬਲਿਕ ਪੋਲਿਸੀ ਦਾ ਤੁਸੀਂ ਡਿਸਕੋਰਸ ਚੇਂਜ ਕਰ ਰਹੇ ਹੋ। ਇਟ ਇਜ਼ ਸਮਥਿੰਗ ਸਰ ਹਿਸਟੋਰੀਕਲ, ਇਤਿਹਾਸਿਕ ਹੈਗਾ, ਕਿਉਂਕਿ ਡਿਸਕੋਰਸ ਚੇਂਜ ਕਰਨੇ ਸਭ ਤੋਂ ਜ਼ਿਆਦਾ ਡਿਫਿਕਲਟ ਹੁੰਦੇ ਆ। ਤੁਹਾਡਾ ਸਰ ਪੋਲਿਟਿਕਸ 'ਚ ਐਕਸਪੀਰੀਅੰਸ ਇੰਨਾ ਜ਼ਿਆਦਾ ਕਿ ਤੁਹਾਨੂੰ ਕੋਈ ਗੱਲ ਕਹਿਣ ਤੋਂ ਵੀ ਥੋੜਾ ਜਿਹਾ ਚੇਪੀਦਾ, ਲੇਕਿਨ ਯੂ ਆਰ ਚੇਂਜਿੰਗ ਦੀ ਡਿਸਕੋਰਸ ਆਫ ਪੋਲਿਟਿਕਸ ਇਨ ਪੰਜਾਬ। ਜਿੰਨੀ ਅਕਾਊਂਟੇਬਿਲਿਟੀ, ਜਿੰਨੀ ਆਪਾਂ ਟਰਾਂਸਪੇਰੈਂਸੀ ਲਿਆਵਾਂਗੇ, ਜਿੰਨੀ ਪਬਲਿਕ ਪੋਲਿਸੀ ਲੋਕਾਂ ਦੇ ਹੱਕਾਂ ਦੀ ਔਰ ਉਹਨਾਂ ਨੂੰ ਹੱਕ ਲੈਣ ਲਈ ਦਫ਼ਤਰਾਂ ਦੇ ਚੱਕਰ ਨਹੀਂ ਲਾਉਣੇ ਪੈਣਗੇ, ਲੋਕਾਂ ਦੀਆਂ ਸਿਫਾਰਿਸ਼ਾਂ ਨਹੀਂ ਲਾਉਣੀਆਂ ਪੈਣਗੀਆਂ। ਸਰ ਉਹੀ ਅਲਟੀਮੇਟਲੀ ਗੋਲ ਹੋਣਾ ਚਾਹੀਦਾ। ਔਰ ਅੱਜ ਮੈਂ ਤਾਂ ਇੰਨਾ ਖੁਸ਼ ਹੋਇਆ ਇਹ ਸਾਰੀਆਂ ਗੱਲਾਂ ਸੁਣ ਕੇ। ਮੈਂ ਅੱਜ ਮੁੱਖ ਮੰਤਰੀ ਜੀ ਔਰ ਟਰਾਂਸਪੋਰਟ ਮਿਨਿਸਟਰ ਸਾਹਿਬ ਔਰ ਸਾਰੇ ਟਰਾਂਸਪੋਰਟ ਵਿਭਾਗ ਨੂੰ, ਪ੍ਰਿੰਸੀਪਲ ਸੈਕਟਰੀ ਨੂੰ, CM ਸੈਕਟਰੀ ਨੂੰ, ਤੁਹਾਨੂੰ ਸਾਰਿਆਂ ਨੂੰ ਧੰਨਵਾਦ ਵੀ ਕਰਦਾ, ਵਧਾਈ ਵੀ ਦਿੰਦਾ ਕਿ ਤੁਸੀਂ ਸਾਡੀ ਸਰਕਾਰ ਜਿਹੜੀ 17 ਚ ਬਣੀ ਆ ਉਹਦੀ ਪਾਲਿਸੀ ਇਸ ਡਾਇਰੈਕਸ਼ਨ ਚ ਲੈ ਰਹੇ ਹੋ ਕਿ ਉਹਦੇ ਚ ਲੋਕ ਆਪ ਬੋਲਣ ਕਿ ਮੈਨੂੰ ਫਾਇਦਾ ਹੋਇਆ। ਸਰ ਇਹ ਜਿਹੜੀ ਟਰਾਂਸਪੋਰਟ ਦੀ ਐਗਜ਼ਾਮਪਲ ਹੈਗੀ ਆ, ਇਹ ਮੇਰਾ ਖਿਆਲ ਇਹ ਆਪਾਂ ਨੂੰ ਦੂਸਰੇ ਡਿਪਾਰਟਮੈਂਟਾਂ 'ਚ ਵੀ ਹੋ ਸਕਦਾ ਕਿਤੇ ਹੋ ਰਿਹਾ ਹੋਵੇ, ਐਟਲੀਸਟ ਸਾਡੀ ਨੌਲੇਜ ਨਹੀਂ ਆ। ਇਸ ਤਰ੍ਹਾਂ ਦੇ ਜਿਹੜੇ ਪਬਲਿਕ ਇੰਟਰੈਕਸ਼ਨ ਦੇ ਜਿੰਨੇ ਡਿਪਾਰਟਮੈਂਟ ਨੇ ਉਹਨਾਂ ਸਾਰਿਆਂ 'ਚ ਇਸੇ ਤਰ੍ਹਾਂ ਦਾ ਹੋਵੇ ਕਿ ਆਦਮੀ ਨੂੰ ਚੱਕਰ ਨਾ ਲਾਉਣਾ ਪਵੇ ਆਪਣਾ ਕੰਮ ਕਰਾਉਣ ਲਈ। ਉਹਦੇ 'ਚ ਫਿਰ ਵੋਟਰ ਵੀ ਖੁਸ਼ ਹੁੰਦਾ, ਪਬਲਿਕ ਵੀ ਖੁਸ਼ ਹੁੰਦੀ ਆ। ਮੈਂ ਸਰ ਥੈਂਕ ਯੂ ਫॉर ਇਨਵਾਈਟਿੰਗ ਮੀ ਟੂ ਦਿਸ ਮੀਟਿੰਗ ਔਰ ਮੈਂ ਬਹੁਤ ਧੰਨਵਾਦੀ ਹਾਂ ਸਰ ਜਿਹੜੀ ਤੁਸੀਂ ਪਬਲਿਕ ਡਿਸਕੋਰਸ ਚੇਂਜ ਕਰ ਰਹੇ ਹੋ ਪੋਲਿਸੀ ਦਾ, ਪਬਲਿਕ ਪੋਲਿਸੀ ਦਾ, ਗਵਰਨਮੈਂਟ ਪੋਲਿਸੀ ਦਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਟਰਾਂਸਪੋਰਟ ਡਿਪਾਰਟਮੈਂਟ ਦਾ ਵੀ ਬਹੁਤ ਬਹੁਤ ਧੰਨਵਾਦ। बहुत ही सत्कारयोग पंजाब के मानयोग मुख्यमंत्री कैप्टन अमरिंदर सिंह जी,
बहुत ही सत्कारयोग ट्रांसपोर्ट मिनिस्टर साडी बहन रजिया जी, बहुत ही सत्कारयोग साडे मैंबर पार्लीमेंट डॉक्टर अमर सिंह जी, ते बहुत ही रेवोल्यूशनरी ख्यालों के एंड इट इज़ इज टाइम ऑल्सो, उम्र भी है, साडे यूथ कांग्रेस के प्रधान वरिंदर ढिल्लों जी, ते बाकी जुड़े हुए सारे डिपार्टमेंट के ऑफिसर साहिबान, MLA साहिबान, मिनिस्टर साहिबान जो सारे जुड़े हैं, मैं सारे सारे का सब तो पहला फतेह अर्ज करता। श्री वाहिगुरू जी का खालसा, श्री वाहिगुरू जी की फतेह। CM साहब, this is yet another step in the right direction, yet another fulfillment of the promise। जिस तरह पंडित जवाहरलाल नेहरू ने कहा, the time has come to redeem the pledge। we have, जो कुछ भी तुसी कर रहे हो, जो कमिटमेंट सीगी, more than commitments, our people had much larger expectations from you। ਜਦੋਂ ਐਡੀ ਵੱਡੀ ਸ਼ਖਸੀਅਤ ਨੂੰ ਜ਼ਿੰਮੇਵਾਰੀ ਸੌਂਪਦੇ ਹੋ ਲੋਕਾਂ ਦਾ, ਉਸੇ ਹਿਸਾਬ ਨਾਲ ਐਕਸਪੈਕਟੇਸ਼ਨਸ ਵੱਧ ਜਾਂਦੀਆਂ ਤੇ ਉਸ ਐਕਸਪੈਕਟੇਸ਼ਨ ਨੂੰ ਪੂਰਾ ਕਰਨ ਵਾਸਤੇ in spite of all the problems, handicaps, whatever we have been facing, financial crunch, all ਜੋ ਵੀ ਪੰਜਾਬ ਦੀ ਰਾਜਨੀਤਿਕ ਮਾਹੌਲ ਵਿਗਾੜ ਕੇ ਜਿਸ ਤਰ੍ਹਾਂ ਸਾਨੂੰ ਵਿਰਾਸਤ 'ਚ ਮਿਲਿਆ, ਉਹਨਾਂ ਸਾਰੇ ਮੱਦੇ ਨਜ਼ਰ ਰੱਖਦੇ ਹੋਏ I would say that ਤੁਸੀਂ ਤੁਹਾਡੀ ਲੀਡਰਸ਼ਿਪ ਦੇ ਅੰਦਰ your government has done a remarkable job। ਜਿੱਥੇ ਤਾਈਂ ਅੱਜ ਜਿਸ ਇਸ਼ੂ ਤੇ ਗੱਲ ਕਰ ਰਹੇ ਹਾਂ ਟਰਾਂਸਪੋਰਟ ਤੇ, ਸਭ you know it better than anybody else। ਪੰਜਾਬ ਦੇ ਅਗਰ ਪਛਾਣ ਕਿਤੇ ਬਣਦੀ ਹੈ, ਵਿਲੱਖਣ ਪਛਾਣ ਬਣਦੀ ਹੈ, ਅਦਰ ਦੈਨ ਸੋਸ਼ਲ ਸੈਕਟਰ, ਸਾਡੇ ਮੈਂ ਸਮਝਦਾ ਪੰਜਾਬੀ ਦੇ ਮੱਥੇ ਤੇ ਲਿਖਿਆ ਹੁੰਦਾ ਵੀ ਆ ਤਾਂ ਕਿਸਾਨ ਹੈ ਤੇ ਜਾਂ ਟਰਾਂਸਪੋਰਟਰ ਹੈ। ਅੰਮ੍ਰਿਤਸਰ ਤੋਂ ਲੈ ਕੇ ਟੋਰਾਂਟੋ ਤਾਈਂ, ਲੰਡਨ ਤਾਈਂ, ਸਵੀਡਨ ਚਲੇ ਜਾਓ ਤਾਂ ਉੱਥੇ ਐਨੀ ਪਾਰਟ ਆਫ ਦਾ ਕੰਟਰੀ ਟਰਾਂਸਪੋਰਟ ਦੇ ਉੱਤੇ ਅਗਰ ਕਿਸੇ ਦਾ ਬੰਬੇ ਜਾਂਦੇ ਰਹੋ ਤਾਂ ਸਾਡੇ ਉਹਨਾਂ ਕੋਲ ਹੈ ਜੀ। ਈਵਨ ਗੋ ਟੂ ਤੁਸੀਂ ਚੇਨਈ ਚਲੇ ਜਾਓ ਤਾਂ ਟਰਾਂਸਪੋਰਟ ਸਾਡੇ ਕਿਤੇ ਜਾਓ। ਕਲਕੱਤਾ ਦਾ ਹੱਬ ਹੈ ਸਰ, ਕਲਕੱਤਾ ਦਾ ਮੇਰੇ ਖਿਆਲ 'ਚ ਜਿੰਨੇ ਉੱਥੇ ਸਾਡੇ ਪੰਜਾਬੀ ਵੀਰ ਬੈਠੇ ਹੋ ਤਾਂ ਮੇਰੇ ਖਿਆਲ ਮੋਨੋਪੋਲੀ ਸਾਡੀ ਹੋਣੀ ਉੱਥੇ। ਸੋ ਦਿਸ ਇਜ਼ ਇਹ ਸਾਡਾ ਪਛਾਣ ਹੈ। ਪਰ ਵਰਿੰਦਰ ਜੀ, ਆਈ ਐਗਰੀ ਵਿਦ ਯੂ, ਜਿਹੜੇ ਬੰਦਿਆਂ ਦੇ ਤੁਸੀਂ ਨਾਮ ਲੈ ਰਹੇ ਹੋ, somehow they thought it is ਉਹਨਾਂ ਦੀ ਪਛਾਣ ਬਣ ਕੇ ਰਹਿ ਗਿਆ। this is their propriety, they were custodians of people's trust। ਤੇ ਮੈਂ ਤਾਂ ਇੱਕ ਦਿਨ ਵਿਧਾਨ ਸਭਾ 'ਚ ਵੀ ਕਿਹਾ ਸੀਗਾ, ਮੈਂ ਕਿਹਾ ਸਭ CM ਸਾਹਿਬ ਜੇ ਆ ਪੰਜਾਬੀਆਂ ਦਾ ਮਸਲਾ ਹੈ, ਪੰਜਾਬੀ ਟਰਾਂਸਪੋਰਟ ਤੋਂ ਪਛਾਣ ਹੈ, ਮੈਂ ਸਮਝਦਾ ਤੁਹਾਡੀ ਜਿਹੜੀ ਇੱਛਾ ਅੰਦਰੋਂ ਨਿਕਲਦੀ ਹੈ ਵੀ ਟਰਾਂਸਪੋਰਟ ਸਾਡੇ ਕੋਲ ਰਵੇ। ਮੈਂ ਕਿਹਾ ਤੁਸੀਂ ਹੁਣ ਗ੍ਰੈਜੂਏਟ ਕਰੋ, ਆਹ ਕੰਮ ਤਾਂ ਲੋਕਾਂ ਵਾਸਤੇ ਛੱਡੋ, ਤੁਸੀਂ ਹਵਾਈ ਜਹਾਜ਼ ਟਰਾਂਸਪੋਰਟ ਵਾਲਾ ਲਾਓ ਨਾ, ਸਾਡੇ ਨਾਲ ਕੰਪੀਟੀਸ਼ਨ ਰਹਿਣਾ। ਇੱਥੇ ਕੋਈ ਆਰਬਿਟ ਐਵੀਏਸ਼ਨ ਤੁਰੀ ਫਿਰਦੀ ਵੈਸੇ ਵੀ ਬੜੇ ਸਾਡੇ ਦੇਖੋ ਜੀ, ਸਾਡੇ ਉਹਨਾਂ ਦੀ ਜਾਈ ਜਾਂਦੀ ਹੈ, ਸਾਡੇ ਵਾਲੇ ਲੀਡਰਾਂ ਦੀ ਹਵਾਈ ਜਹਾਜ਼ ਤੁਰਿਆ ਜਾਂਦਾ, ਤੁਸੀਂ ਫੇਰ ਉੱਥੇ। ਪਰ one cannot blame them, they say always ਕਿਹੜੇ ਕਿਸੇ ਕੁਰਸੀ ਤੇ ਬਿਠਾ ਦਿਓ ਜੀ। you can take the boy out of the village but you cannot take the village out of the boy। ਉਹ ਉਸੇ ਮੈਂਟੈਲਿਟੀ ਨਾਲ ਬੜੇ ਰਹੇ ਕਿ ਮੈਂ ਟਰਾਂਸਪੋਰਟ ਨਹੀਂ ਕਿਸੇ ਨੂੰ ਨੇੜੇ ਲੱਗਣ ਦੇਣੀ। that monopoly has to be broken ਸਾਹਿਬ। this is people's trust। ਆਪ ਟਰਾਂਸਪੋਰਟ ਜਿਹੜੇ ਜਿਹਨੇ ਅੱਜ ਕਿਹਾ ਹੈ ਵੀ ਸਾਨੂੰ, ਮੈਨੂੰ ਪਤਾ ਨਹੀਂ ਸੀ, ਗੁਰਦਾਸਪੁਰ ਦੇ ਸਾਥੀ ਬੋਲ ਰਹੇ ਸੀ ਵੀ ਸਾਡੇ ਕੋਲ ਮੈਂ ਚਿੱਠੀ ਆ ਗਈ ਮਹਿਕਮੇ ਦੀ ਵੀ ਤੁਹਾਡਾ ਜਿਹੜਾ ਮਿਨੀ ਬੱਸ ਦਾ ਸੀਗਾ ਇਸ ਗਿਵਨ। this is ਕੋਈ ਅਹਿਸਾਨ ਨਹੀਂ ਸਾਹਿਬ, this is the norm। ਕੈਪਟਨ ਸਾਹਿਬ ਦੀ ਪਛਾਣ ਇਸੇ ਗੱਲੋਂ ਹੈ, 2006-07 ਦੇ ਅੰਦਰ ਟੀਚਰਸ ਦੀ ਭਰਤੀ ਹੋਈ, 13 ਰੁਪਏ ਨਾਲ ਟੀਚਰਸ ਲੱਗੇ ਸਾਹਿਬ, ਬਿਕੋਜ਼ 13 ਰੁਪਏ ਕੋ ਫੀਸ ਸੀ, 13 ਜਾਂ 30 ਰੁਪਏ that was the fees। ਕੋਈ ਦਵਾਨੀ ਪੈਸਾ ਨਹੀਂ ਕਿਸੇ ਨੂੰ ਲੱਗਿਆ। ਐਂਡ that is ਜਿਹੜੀ ਅੱਜ ਮੈਂ ਸਾਰੇ ਸਾਥੀਆਂ ਦੇ ਸੁਣ ਰਿਹਾ ਸੀ, it is not just the ease of it, ਘਰੇ ਬੈਠ ਕੇ ਕਰਤਾ। ਜ਼ਲਾਲਤ ਬਚਾਈਏ ਸਾਹਿਬ। ਵੇਅਰ ਐਵਰ ਪਬਲਿਕ ਜਿਹੜਾ ਇੰਟਰੈਕਸ਼ਨ ਹੈ ਗਵਰਨਮੈਂਟ ਦੇ ਨਾਲ, ਡਿਪਾਰਟਮੈਂਟ ਦੇ ਨਾਲ, that means humiliation ਸਾਹਿਬ। ਪੰਜਾਬੀ ਦੋ ਪੈਸੇ ਫालतू ਦੇ ਕੇ ਵੀ ਇਹਨਾਂ ਨੂੰ ਖੇੜਾ ਛਡਾਓ ਜਿਹੜੇ ਹੈ ਜੌਂਕ ਲੱਗੀਆਂ, that junk has to be removed whether in whatever form। ਉਹ ਮੇਰੀ ਭੈਣ ਬੋਲਦੇ ਸੀ, could not say ਵੀ ਮੈਂ ਕਿਸੇ ਦਫ਼ਤਰ ਨਹੀਂ ਗਿਆ, ਉਹ ਕਹਿਣਾ ਚਾਹ ਰਹੇ ਸੀ ਮੈਨੂੰ ਕਿਸੇ ਲੀਡਰ ਦੇ ਵੀ ਨਹੀਂ ਜਾਣਾ ਪਿਆ। ਉਹ ਲੀਡਰ ਜਿਹੜੇ ਇਸ ਕਿਸਮ ਦੇ ਜਿਹੜੇ ਲੀਡਰ ਆ, ਉਹ ਲੀਡਰਾਂ ਨੂੰ ਸਾਰਿਆਂ ਨੂੰ ਬਦਨਾਮ ਕਰਦੇ, ਸਭ ਨੂੰ ਉਸੇ ਗੱਲ ਤੇ ਨਿਬੇੜ ਦਿੰਦੇ ਵੀ ਬਿਨਾਂ ਲੀਡਰ ਪੈਸੇ ਲੈਣ ਦੇਣ ਦੀ ਗੱਲ ਕੋਈ ਕਰਦੇ ਨਹੀਂ। ਸੋ ਆਈ ਕੰਪਲੀਮੈਂਟ ਯੂ ਸਾਹਿਬ, ਆਈ ਕੰਪਲੀਮੈਂਟ ਯੂਰ ਆਫਿਸਰਸ, ਆਈ ਕੰਪਲੀਮੈਂਟ ਦ ਡਿਪਾਰਟਮੈਂਟ ਜਿਨ੍ਹਾਂ ਨੇ ਹੋਰ ਵੀ ਅਜੇ ਬਹੁਤ ਲੋੜ ਹੈ। ਲੋਟ ਹੈਜ਼ ਬੀਨ ਡਨ, ਲੋਟ ਨੀਡਸ ਟੂ ਬੀ ਡਨ। ਇਹਦੇ ਵਾਸਤੇ ਬਹੁਤ ਹੀ ਇੱਕ ਅੱਛੀ ਸੋਚ ਹੈ ਕਿ ਮੈਂ ਕਰਨਾ ਚਾਹੀਦਾ ਹੈ। ਐਂਡ ਸਪੈਸ਼ਲੀ ਜਿਹੜਾ ਤੁਸੀਂ ਡਰਾਈਵਿੰਗ ਟ੍ਰੇਨਿੰਗ ਇੰਸਟੀਚਿਊਟ ਜਿਹੜਾ ਹੈ ਜੀ,
and even the inspectors also, I need, these trainers need to be trained. जिस तरह teachers ਨੂੰ train करना उसी तरह these people have to be trained, because I think जो कुछ है basically a formality. जवाक पैदा बाद के उन्हें साइकिल बाद के चलानी सीखता है, घर वाले स्टीयरिंग पहला फड़ा देंगे and he thinks he has become the master of it. टाइम बदल गया साहब, टुटियां सड़ਕਾਂ ਸੀਗੀਆਂ, ਇੱਕ ਹੀ ਕਾਰ ਸੀ, ਐਂਬੈਸਡਰ ਸੀ, ਫੀਟ 2 ਕਾਰਾਂ ਤੁਰੀਆਂ ਫਿਰਦੀ, ਅੱਜ ਕੱਲ ਸੈਂਕੜੋਂ ਕਾਰਾਂ ਤੁਰੀਆਂ ਫਿਰਦੀਆਂ. ਦ ਕੁਆਲਿਟੀ, ਦ ਸਪੀਡ, ਐਵਰੀਥਿੰਗ ਹੈਜ਼ ਇੰਪਰੂਵਡ, ਦ ਕੁਆਲਿਟੀ ਆਫ ਰੋਡਸ ਹੈਵ ਇੰਪਰੂਵਡ. ਚਾਹੇ ਬੰਮ ਨਹੀਂ ਮਾਰੇ ਪਰ ਫਿਰ ਵੀ ਜਿੱਤੇ ਕਿਤੇ ਬਿਨਾਂ ਬੰਮ ਟੁੱਟੀਆਂ ਜਿਹੜੀ ਸੜਕਾਂ ਉਹਨਾਂ ਤੇ ਤੁਰੇ ਫਿਰਦੀਆਂ, ਸੜਕਾਂ ਬਹੁਤ ਵਧੀਆ ਹੋ ਗਈਆਂ. ਬਟ ਦ ਡਰਾਈਵਿੰਗ ਸੈਂਸ, ਦ ਰੂਲ ਆਫ ਆਈ ਥਿੰਕ ਮੈਨੂੰ ਐ ਬੀ ਆਨੈਸਟ ਆ, मैं पहली दफा जो बाहर गया, बिकॉज इन 72 आई वाज स्टिल इन स्कूल चो निकलिया सीगा, मैनू उत्थे किसी मैं पूछ लिया, मैं क्या कर रहे हो, कहता सुनील डू यू नो व्हाट इज द राइट ऑफ वे. राइट ऑफ वे का की कहना है, दिस राइट ऑफ वे अजे भी किसी नहीं पता भी पहला किहदा, नोबडी नोज, सारे चलाई जाने. दैट रिमाइंड्स मी ऑफ समथिंग. एक मैं एक विद योर परमिशन साहब, आई एम ट्राइंग टू some embassy, Indian foreign affairs, they wanted to driver ਭਰਤੀ ਕਰਨੇ ਸੀ to send abroad, यूरोप ਚ ਭੇਜਣੇ ਸੀਗੇ. ਤੇ ਸਾਡੇ ਪੰਜਾਬੀ ਨੇ ਵੀ ਅਪਲਾਈ ਕਰਤਾ, ਡਾਕਟਰ ਸਾਹਿਬ ਵੀ ਮੈਂ ਵੀ ਡਰਾਈਵਿੰਗ ਚੰਗੀ ਹੈ, ਮੇਰੇ ਕੋਲ ਲਾਇਸੈਂਸ ਹੈ, ਇਵਨ ਹੈਵੀ ਵਹੀਕਲ ਦਾ ਮੇਰੇ ਕੋਲ ਹੈ, ਕੈਨ ਡਰਾਈਵ ਵੈਰੀ ਵੈਲ. ਜਦੋਂ ਇੰਟਰਵਿਊ ਹੋ ਰਹੀ ਸੀ ਤੇ ਇਹਨਾਂ ਨੇ ਕਿਹਾ ਹੈਵ ਯੂ ਡਰਿਵਨ ਸਮਵੇਅਰ, ਹੈਵ ਯੂ ਕਿਤੇ ਬਾਹਰ ਨਹੀਂ ਹੋ, ਕਹਿੰਦੇ ਨਹੀਂ ਜੀ. ਕਹਿੰਦਾ ਉੱਥੇ ਜਿਹੜਾ ਰਾਈਟ ਹੈਂਡ ਡਰਾਈਵਿੰਗ ਉਹਦਾ ਕਿਵੇਂ ਕਰੋਗੇ, ਹਾਊ ਵੁੱਡ ਯੂ ਕਾਈਂਡ ਆਫ ਗੈਟ ਕੰਡੀਸ਼ਨ ਟੂ ਦੈਟ. ਕਹਿੰਦਾ ਜੀ ਕੋਈ ਪ੍ਰੋਬਲਮ ਨਹੀਂ. ਕਹਿੰਦਾ ਉਹ ਕਿਵੇਂ, ਕਹਿੰਦਾ ਜੀ ਰਾਈਟ ਹੈਂਡ ਜਾਂ ਲੈਫਟ ਹੈਂਡ ਮੈਂ ਤਾਂ ਵਿਚਾਲੇ ਚਲਾਣੀ ਹੈ, ਸੋ ਇਟ ਡਸਨਟ ਮੇਕ ਅ ਡਿਫਰੈਂਸ ਟੂ ਮੀ, ਮੈਂ ਪਹਿਲਾਂ ਹਮੇਸ਼ਾ ਵਿਚਾਲੇ ਚਲਾਉਂਦਾ ਰਿਹਾ. ਸੋ that mentality still exists, sir. It has to be broken. We are not only responsible for our own safety, we have to cater to people. 100 ਦੀ ਰਫ਼ਤਾਰ ਤੇ ਗੱਡੀ ਚਲਾਈ ਜਾਂਦੇ ਹੋ, ਬੱਚੇ crossing, nobody even knows what is a zebra crossing, nobody knows what blinking light ਕੀ ਹੈ. These are must have this. एक ਹੋਰ ਸੀਗਾ ਸਭ there somehow that has been removed. बैठे सुरेश जी बैठे है. At one time sir अपने सीगा there was this आजकल गड्डियां च आण भी लग्या, some गड्डियां have these auto blinkers like auto dippers. ਉਹ ਚਾਹੀਦੇ ਹੈ ਸਭ ਦੇ ਸਭ. Everybody drives on a high beam ਤੇ ਮੇਰਾ ਅਗਲੇ ਨੂੰ ਅੰਨਾ ਕਰਕੇ ਤੁਸੀਂ ਤੁਰੀ ਜਾਂਦੇ ਹੋ. So these little things, nuances have to be taken into account sir. ਅੱਜ ਜੇ ਆਪਾਂ ਪ੍ਰੋਗਰੈਸ ਕਰ ਰਹੇ ਹਾਂ ਉਹਦੇ ਨਾਲ ਜ਼ਿੰਮੇਵਾਰੀਆਂ ਵੀ ਵਧੀਆਂ. ਆਈ ਥਿੰਕ ਸਮਹਾਉ ਜਿਹੜੇ ਈਵਨ ਫॉर ਹੈਵੀ ਵਹੀਕਲਸ ਆਲਸੋ ਉਹਨਾਂ ਦਾ ਇੱਕ ਰਿਫਰੈਸ਼ਰ ਕੋਰਸ ਜ਼ਰੂਰ ਹੋਣਾ ਚਾਹੀਦਾ. ਦੇ ਨੀਡ ਟੂ ਬੀ, ਸਭ ਲੱਗਦਾ ਵੀ ਮੈਨੂੰ ਸਭ ਕੁਝ ਪਤਾ ਹੈ, ਗੱਡੀ ਬਹੁਤ ਵਧੀਆ ਚਲਾ ਲੈਂਦੇ, ਬਟ ਦ ਰੂਲਸ ਐਂਡ ਰੈਗੂਲੇਸ਼ਨਸ, ਐਵਰੀਬਡੀ ਡਰਾਈਵਸ ਇਨਟੂ ਦ ਓਵਰਟੇਕਿੰਗ ਲੇਨ. ਮੈਂ ਬਲੱਡ ਪ੍ਰੈਸ਼ਰ ਵਧੀਆ ਆਪਦੇ ਡਰਾਈਵਰ ਨੂੰ ਕਹਿੰਦਾ, ਮੈਂ ਕਿਹਾ ਤੂੰ ਇੱਥੇ ਕਿਉਂ ਇਸ ਲੇਨ 'ਚ ਕਿਉਂ ਚਲਾ ਜਾ, ਇਸ ਲੇਨ 'ਚ ਚਲਾ, ਇੱਧਰਲੇ ਪਾਸੇ ਨਹੀਂ ਸੀ, ਜਾ ਕੇ ਉਸ ਲੇਨ 'ਚ ਫਿਰ ਫਿੱਟ ਹੋ ਜਾਣਗੇ. ਐਵਰੀਬਡੀ ਇਜ਼ ਓਵਰਟੇਕਿੰਗ ਫਰੋਮ ਦ ਰੋਂਗ ਸਾਈਡ. ਫਿਰ ਬਲਿੰਕਰ ਦਾ ਇਸਤੇਮਾਲ, ਇੰਡੀਕੇਸ਼ਨ ਦਾ ਇਸਤੇਮਾਲ. ਸੌਰੀ ਸਾਹਿਬ, ਕਿਉਂਕਿ ਸਾਰੇ ਆਫਿਸਰ ਸਾਹਿਬਾਨ ਬੈਠੇ ਹੈ, ਜਸਟ ਵਾਂਟ ਟੂ ਸ਼ੇਅਰ ਮਾਈ ਓਨ ਪਰਸਨਲ ਐਕਸਪੀਰੀਅੰਸ ਹੈ. ਜੋ ਕੁਝ ਹੋ ਰਿਹਾ ਹੈ ਮਤਲਬ ਕਹਿਣ ਦੇ ਬਾਵਜੂਦ ਉਹ that has become a habit, second way of life for them. ਇਸ ਕਰਕੇ ਮੈਂ ਸਮਝਦਾ ਵੀ ਇਹਨਾਂ ਨੂੰ ਧਿਆਨ ਨਾਲ ਹਿਊਮਨ ਵਿਆਹ ਨਹੀਂ ਵੀ ਚਲਾਨ ਕੱਟੀ ਜਾਓ, ਠੋਕੀ ਤੇ ਜਾਓ. ਦੇ ਸ਼ੁੱਡ ਬੀ encouraged to learn these rules and regulation. I need to ਉਹ ਦਿਖਾ ਕੇ ਤੁਹਾਨੂੰ ਪਤਾ ਹੈ ਵੀ ਆਪ ਇਹਦਾ ਕੀ ਸਾਈਨ ਦਾ ਕੀ ਮੀਨਿੰਗ ਹੈ. ਦੇ ਸ਼ੁੱਡ ਬੀ. ਐਂਡ once again ਰਜ਼ੀਆ ਜੀ, your department, I thank you and compliment CM ਸਾਹਿਬ for taking these things and ਬੱਚਿਆਂ ਨੂੰ ਜਿਹੜਾ ਰੁਜ਼ਗਾਰ ਦਿੱਤਾ. that of course this is the hallmark of your administration, your promises that you had made at the beginning, and a long way to go. I wish everybody good luck. Sat Shri Akal. Thank you very much, sir. We'll keep your guidance for the future compliance, sir. Thank you very much, sir. Now I would like to request Honorable CM to lay the foundation stone for the Institute of Driver Training and Research at Kapurthala. This we remember, sir, we had planned it last term. Yeah, I know. 2005. अशोक लेलैंड वालों को लेके भी आए थे. Sir, now I would like to request Honorable CM to lay the foundation stone for the Inspection Certification Center at Kapurthala. This was that site, 2005 वाला site. Sir, now I would like to request Honorable CM to launch the issuing of minibus permits to better rural connectivity and for the employment of the rural youth. In this issuing
CM to inaugurate the centralized printing and home delivery of services by post to start with driving license and RC. Sir, now I would like to request Honorable CM vehicle tracking system of PANVAS. So now I would like to request Honorable hand over 5 permits to 5 beneficiaries and request Honorable Ministers and MLAs to hand over the permits at their respective stations. Thank you. All the best. Sandeep. सर कलहेड़ी मुरंडा हाँ जी सुखविंदर सिंह सिद्धू सर कितना बना सर मोहाली थैंक यू सर सारी थैंक यू एक ग्रुप फोटो कर दो बंदे थैंक यू Now I would like to request the Honorable CM Sir to address the gathering and share his thoughts and give us guidance for the future, sir. going to speak. साढ़े ट्रांसपोर्ट मिनिस्टर साहिबा रजिया जी, साढ़े मिनिस्टर साहिबान, साढ़े प्रधान जी, कांग्रेस पीसीसी प्रधान, यूथ कांग्रेस के साढ़े प्रेसिडेंट साहब, एमएलए साहिबान, सैक्रटरी साहिबान, सारे ही साढ़े ब्यूरोक्रेसी दे जो ऑफिसर साहिबान और महकमे दे जो भी साढ़े मुलाजम हैं छोटे तो लैके उपर तक ट्रांसपोर्ट महकमे दे अज बहुत खुशी हुई है कि एक बहुत पुरानी जी सोच सी मैनू सुरेश जी याद करा रहे थे कि पिछले जब साड़ी पिछली सरकार सी उदों की साड़ी सोच सी करन दी अज वो सिरे चढ़ गई है। जमाना बदल गया, गड्डियां और तेज हो गई ने, ट्रांसपोर्ट सिस्टम बड़ा एडवांस चला गया, दुनिया तो हम कितने पहुँच गई हो तो तुम सब कुछ जानते ही हो। समा एक हुणे कुछ दिन पहला एक अमेरिकन सैटेलाइट मार्स के ऊपर भी पहुँच गई। सो टेक्नोलॉजी बड़ी इंप्रूवमेंट डे टू डे हो रही है और आप पीछे नहीं रह सकते। पिछे रहने का मतलब है कि एक्सीडेंट्स बढ़ेंगे जब सड़क बड़िया हो गई और गड्डियाँ तेज हो गई ने एंड इफ यू डू नॉट कीप पेस विद दिस जिस नुकसान तो साढ़े अपने पंजाबियों का हो। तो मैनू खुशी है बहुत कि रजिया जी ने
उन्होंने महकमे ने जी अपनी अज ऐलान तुसी करवाया है फॉर इंस्टेंस GPS सिस्टम बसां दे विच लातियां ताकि क्राइम नूं असीं कंट्रोल कर सकीए लेडीज़ के बच्चों के खिलाफ जो क्राइम होंदा सी दैट कैन बी चैक्ड इमीडिएटली सारे नूं पता कि फलानी बस च झगड़ा होया है या कुछ गड़बड़ हुई है कित्थे है वेयर इज इट लोकेटेड ताकि पुलिस पहुंच सके या ट्रांसपोर्ट डिपार्टमेंट के बंदे पहुंच सकन सो दिस इज ऑल टू इम्प्रूव द इफिशिएंसी लॉ एंड ऑर्डर एंड द फंक्शनिंग स्टेट का तो आज रजिया जी आई थिंक ऑल ऑफ अस आर PCC प्रेजिडेंट ने तो बहुत एलिक्वेंटली इन्होंने गल्लां कहियां ने डॉक्टर साहब साढ़े MP साहब जी ने इन्होंने कहियां ने वीरेंद्र जी ने कहियां ने और तुसी आप बोलते हुए कहा कि वेयर पंजाब इज़ हेडिंग मैं बधाई तुहानूं सारिआं नूं एक बार दिंदा एंड आई होप कि आने वाले समय विच जिहड़े असीं अज दित्ते ने परमिट्स ताकि तुसी अपनी मिनी बसेस चला लो ये भी साड़ी एक साढ़े मैनीफेस्टो का एक हिस्सा सी और असी उदों कहा कि असी अपने इन दिस बेरोजगारी का प्रोग्राम जिहड़ा चलाया सी ਉਹਦੇ ਵਿੱਚ ਅਸੀਂ ट्रांसपोर्ट महकमे ਦੇ मिनी बसेस वगैरह देवांगे परमिट्स देवांगे आई थिंक 7,000 have been given today 3,000 पर सब जून तक 4 और दे देगा 4 बाई जून वो 7,000 हो जाएंगे टोटल साढ़े एंड आई थिंक वी आर टारगेटिंग 11,000 मेरा ख्याल बाय द एंड ऑफ द ईयर तक ਅਸੀਂ 11,000 तक पहुंच जाना सो आई होप ऑल गोज अकॉर्डिंग टू प्लान एंड ਤੁਸੀਂ ਆਪਣੇ ਜਿਨ੍ਹਾਂ ਨੇ ਅੱਜ ਸ਼ੁਰੂ ਕੀਤਾ ਹੈ ਵਾਹਿਗੁਰੂ ਤੁਹਾਨੂੰ ਕਾਮਯਾਬੀ ਬਖਸ਼ਣ ਕਿ ਤੁਸੀਂ ਬਹੁਤ ਸਕਸੈਸ ਰਹੋ ਆਪਣੇ ਪ੍ਰੋਗਰਾਮ ਜਿਹੜਾ ਤੁਸੀਂ ਲਿੱਤਾ ਐਂਡ ਆਈ ਹੋਪ ਜਿਹੜੀ ਲੋਕਾਂ ਨੂੰ ਵੀ ਇਹਦੇ 'ਚ ਫਾਇਦਾ ਇਹ ਹੋਊਗਾ कि ट्रांसपोर्ट विल बी मूविंग अराउंड फ्रीली और उन्होंने किते जाना है A to B या C वो जल्दी वो अपनी बसां दे राही पहुँच सकन और थोड़ी इस्तेमाल करन थोड़ी बसां ताकि थोड़ा भी कम बढ़े और उन्होंने भी फसूलतां जिहड़ियां ने वो बेहतर होण सो कंग्रेचुलेशन सारिआं नूं थोनू खास करके एंड सारिआं दा जिन्हां ने अज परमिट ले रहे हैं पूरे पंजाब दे विच साडे दित्ते जा रहे हैं मैं आस करदा कि तुसीं सारे अपने अकाल पुरख नूं सारिआं नूं सफलता बख्शण बहुत धन्यवाद जय हिंद We will log out and then log in for cabinet. We will log out and then log in for cabinet. सिंह साहब ਤੁਹਾਨੂੰ ਪਤਾ ਹੈ ਕਿ ਆਪਣਾ ਜੋ ਟਰਾਂਸਪੋਰਟ ਡਿਪਾਰਟਮੈਂਟ ਹੈ ਇਹਨੂੰ ਹਮੇਸ਼ਾ ਹੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾਂਦਾ ਸੀ ਪਰ ਤੁਹਾਡੀ ਰਹਿਨੁਮਾਈ ਦੇ ਹੇਠ ਔਰ ਤੁਹਾਡੀ ਖੁਦ ਦੀ ਜਿਹੜੀ ਤੁਸੀਂ ਦਿਖਾਈ ਹੈ ਸਾਨੂੰ ਔਰ ਬਿਨਾਂ ਕਿਸੇ ਰੋਕ ਟੋਕ ਤੋਂ ਸਾਨੂੰ ਫ੍ਰੀ ਹੈਂਡ ਦਿੱਤਾ ਉਹਦੇ ਨਾਲ ਹੀ ਅਸੀਂ ਇਹ ਕੰਮ ਨੇਪਰੇ ਚਾੜ ਸਕੇ ਔਰ ਜੋ ਤੁਸੀਂ ਪਰਮਿਟ ਦੇਣ ਦਾ ਵਾਅਦਾ ਕੀਤਾ ਹੈਗੇ ਨੇ ਇਹ ਉਹਨਾਂ ਲੋਕਾਂ ਨੂੰ ਜੋ ਟਰਾਂਸਪੋਰਟ ਡਿਪਾਰਟਮੈਂਟ ਹੈ ਇਹਨੂੰ ਹਮੇਸ਼ਾ ਹੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਸੀ ਪਰ ਤੁਹਾਡੀ ਰਹਿਨੁਮਾਈ ਦੇ ਹੇਠ ਔਰ ਤੁਹਾਡੀ ਖੁੱਲ੍ਹਦਿਲੀ ਜਿਹੜੀ ਤੁਸੀਂ ਦਿਖਾਈ ਹੈ ਸਾਨੂੰ ਔਰ ਬਿਨਾਂ ਕਿਸੇ ਰੋਕ ਟੋਕ ਤੋਂ ਸਾਨੂੰ ਫ੍ਰੀ ਹੈਂਡ ਦਿੱਤਾ ਉਹਦੇ ਨਾਲ ਹੀ ਅਸੀਂ ਇਹ ਕੰਮ ਨੇਪੜੇ ਚਾੜ ਸਕੇ ਔਰ ਜੋ ਤੁਸੀਂ ਪਰਮਿਟ ਦੇਣ ਦਾ ਵਾਅਦਾ ਕੀਤਾ ਉਹ ਪਰਮਿਟ ਜਿਹੜੇ ਹੈਗੇ ਨੇ ਇਹ ਉਹਨਾਂ ਲੋਕਾਂ ਨੂੰ ਦਿੱਤੇ ਗਏ ਨੇ ਜੋ ਜ਼ਰੂਰਤਮੰਦ ਨੇ ਇਹ ਵੀ ਪਹਿਲੀ ਵਾਰੀ ਹੋਇਆ ਕਿ ਜ਼ਰੂਰਤਮੰਦ ਲੋਕਾਂ ਨੂੰ ਪਰਮਿਟ ਦਿੱਤੇ ਗਏ ਨੇ ਔਰ ਸਾਫ਼ ਸੁਥਰੇ ਤਰੀਕੇ ਦੇ ਨਾਲ ਪਰਮਿਟ ਜਿਹੜੇ ਨੇ ਇਹ ਦਿੱਤੇ ਗਏ ਹੈਗੇ ਨੇ ਜਿਹੜਾ ਤੁਹਾਡਾ ਵਾਅਦਾ ਹੈ CM ਸਾਹਿਬ 5,000 ਪਰਮਿਟ ਦਾ ਔਰ 2,000 ਪਰਮਿਟ ਦਾ ਉਹਨਾਂ ਨੂੰ ਵੀ ਇਨਸ਼ਾਅੱਲਾ ਤਾਲਾ ਅਸੀਂ ਜਲਦ ਹੀ ਪੂਰਾ ਕਰਾਂਗੇ ਅਸੀਂ ਜਿਹੜੀਆਂ ਹੋਰ ਐਪਲੀਕੇਸ਼ਨਸ ਮੰਗੀਆਂ ਨੇਗੀਆਂ ਕਿ ਹੋਰ ਐਪਲੀਕੇਸ਼ਨਸ ਆਉਣ ਸਾਡੇ ਕੋਲੇ ਜਿਹੜੇ ਜ਼ਰੂਰਤਮੰਦ ਲੋਕ ਨੇ ਉਹ ਐਪਲੀਕੇਸ਼ਨਸ ਪਾਉਣ ਤਾਂ ਕਿ ਅਸੀਂ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹੋਰ ਪਰਮਿਟ ਨੇ ਜਿਨ੍ਹਾਂ ਦਾ ਤੁਸੀਂ 5,000 ਪਰਮਿਟ ਦਾ ਵਾਅਦਾ ਕੀਤਾ ਇਹ ਹਲੇ ਅਸੀਂ 3,000 ਪਰਮਿਟ ਅੱਜ ਦਿੱਤੇ ਆ ਤੇ 2,000 ਪਰਮਿਟ ਅਸੀਂ ਹੋਰ ਉਹਨਾਂ ਨੂੰ ਮੁਹੱਈਆ ਕਰਵਾ ਸਕੀਏ 5,000 ਪਰਮਿਟ ਦਾ ਵਾਅਦਾ ਕਰ ਸਕੀਏ ਇਹ ਪਹਿਲੀ ਵਾਰੀ ਹੋਇਆ CM ਸਾਹਿਬ ਕਿ ਤੁਹਾਡੀ ਰਹਿਨੁਮਾਈ ਦੇ ਹੇਠ ਅਸੀਂ ਬਹੁਤ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕੀਤਾ ਤੁਸੀਂ ਕਿਸੇ ਵੀ ਕਿਸਮ ਦੀ ਦਖਲ ਅੰਦਾਜ਼ੀ ਨਾ ਬਰਦਾਸ਼ਤ ਕੀਤੀ ਹੈ ਤੇ ਨਾ ਤੁਸੀਂ ਹੋਣ ਦਿੱਤੀ ਹੈ ਉਹਦੇ ਨਾਲ ਹੀ ਅਸੀਂ ਅੱਗੇ ਵਧੇ ਹੈਗੇ ਆ ਤੇ ਸਭ ਤੋਂ ਵੱਧ ਜਿਹੜਾ ਮੈਨੂੰ ਖੁਸ਼ੀ ਹੋਈ ਹੈ ਉਹ ਇਸ ਗੱਲ ਦੀ ਹੈ CM ਸਾਹਿਬ ਕਿ ਅਸੀਂ ਜਿਹੜਾ VTS ਸਿਸਟਮ ਹੈ
ਇਹ ਬੱਸਾਂ ਦੇ ਵਿੱਚ ਲਗਾਇਆ ਔਰ ਪ੍ਰਾਈਵੇਟ ਬੱਸਾਂ ਦੇ ਵਿੱਚ ਵੀ ਇਹਨੂੰ ਅਸੀਂ ਲਾਗੂ ਕਰਾਂਗੇ। VTS ਸਿਸਟਮ ਦੇ ਨਾਲ ਜਿਹੜੀ ਕਰਪਸ਼ਨ ਹੈ ਔਰ ਜੇ ਕਿਤੇ ਇੱਕ ਪਰਮਿਟ ਤੇ 2 ਬੱਸਾਂ ਚੱਲਦੀਆਂ ਨੇ ਉਹਨਾਂ ਨੂੰ ਵੀ ਤੇ ਕਰਪਸ਼ਨ ਨੂੰ ਵੀ ਰੋਕਣ ਦੇ ਵਿੱਚ ਬਹੁਤ ਅਹਿਮ ਰੋਲ ਅਦਾ ਹੋਏਗਾ ਇਹਦਾ VTS ਸਿਸਟਮ ਦਾ। VTS ਸਿਸਟਮ ਸਾਨੂੰ ਕਾਫੀ ਇਹਦੇ ਨਾਲ ਜਿਹੜੀ ਕਰਪਸ਼ਨ ਹੈ ਉਹਨੂੰ ਖਤਮ ਕਰਨ ਦੇ ਵਿੱਚ ਮਦਦਗਾਰ ਹੋਗਾ। ਤਾਂ ਅਸੀਂ ਇਹਨੂੰ VTS ਸਿਸਟਮ ਨੂੰ ਸ਼ੁਰੂ ਕੀਤਾ ਹੈਗਾ। ਤੁਹਾਡੀ ਰਹਿਨੁਮਾਈ ਦੇ ਹੇਠ ਅਸੀਂ ਕੰਮ ਕਰ ਰਹੇ ਹੈਗੇ ਆ ਔਰ ਮੈਂ ਉਮੀਦ ਕਰਦੀ ਹਾਂ ਕਿ ਇਹ ਡਿਪਾਰਟਮੈਂਟ ਹੋਰ ਵੱਧ ਕੇ ਕੰਮ ਕਰੇਗਾ। ਸਾਡੇ 5 ਆਬਜੈਕਟਿਵਸ ਆ ਜਿਹੜਾ ਪ੍ਰੋਗਰਾਮ ਪਾਲਿਸੀ ਸਾਡੀ ਹੈ ਇਸ ਵੇਲੇ, ਪਹਿਲੇ ਤਾਂ ਇੰਪਲੋਇਮੈਂਟ ਫॉर ਰੂਰਲ ਯੂਥ, ਦੂਸਰਾ ਮੇਕ ਟਰੈਵਲ ਸੇਫਰ, ਬੱਚਿਆਂ ਵਾਸਤੇ, ਔਰਤਾਂ ਵਾਸਤੇ, ਮੈਂ ਜ਼ਿਕਰ ਪਹਿਲਾਂ ਵੀ ਕੀਤਾ ਸੀ ਇਹਦਾ। ਫਿਰ ਵਹੀਕਲ ਟ੍ਰੈਫਿਕ ਵਾਸਤੇ ਮੇਕ ਸੇਫਰ ਇਹਦੀ ਸੁਰੱਖਿਆ ਹੋਵੇ ਆਪਣੇ ਜਿਹੜੇ ਇਹਦੇ ਵਿੱਚ ਮੁਸਾਫਰ ਜਾਣਗੇ, ਨਾਲੇ ਜੋ ਸੜਕਾਂ ਦੇ ਉੱਪਰ ਚੱਲਦੇ ਨੇ ਉਹਨਾਂ ਵਾਸਤੇ ਵੀ। ਚੌਥਾ ਹੈਗਾ ਰਿਡਿਊਸ ਵਹੀਕਲ ਪੋਲੂਸ਼ਨ, ਕਿ ਤੁਹਾਨੂੰ ਦੇਖਣਾ ਪਊਗਾ ਕਿ ਪੋਲੂਸ਼ਨ ਇਜ਼ ਮੇਨਟੇਨ, ਇੰਜਨ ਵਗੈਰਾ ਸਾਡੇ ਕੋਈ ਐਸੇ ਪੁਰਾਣੀਆਂ ਗੱਡੀਆਂ ਜਾਂ ਗੜਬੜ ਨਾ ਹੋਵੇ ਜਿਹਦੇ ਨਾਲ ਇਹਦੇ ਨਾਲ ਇਹ ਵਹੀਕਲ ਪੋਲੂਸ਼ਨ ਸਾਡੇ ਬੱਚਿਆਂ ਦਾ, ਸਾਡੇ ਜਿਹੜੇ ਆਪਣੇ ਪੰਜਾਬ 'ਚ ਵਸਦੇ ਨੇ ਲੋਕ, ਉਹਨਾਂ ਦੀ ਸਿਹਤ ਦਾ ਬਹੁਤ ਇੰਪੋਰਟੈਂਟ ਹੈ ਸਾਡੇ ਵਾਸਤੇ। ਔਰ ਅਖੀਰ ਦੀ ਜਿਹੜੀ ਡੋਰ ਸਟੈਪ ਡਿਲੀਵਰੀ ਆਫ ਗਵਰਨਮੈਂਟ ਸਰਵਿਸਿਜ਼, ਇਹ ਤਾਂ 5.4 ਪ੍ਰੋਗਰਾਮ ਸੀ, ਲੇਕਿਨ ਥੋੜੀ ਮਿਨੀ ਬੱਸ ਜਿਹੜੀ ਪਾਲਿਸੀ ਹੈ ਪਰਮਿਟ ਪਾਲਿਸੀ, ਇਹਨੂੰ ਓਪਨ ਐਂਡਡ ਆਪਾਂ ਰੱਖਾਂਗੇ। ਫॉर ਇੰਸਟੈਂਸ ਕੋਈ ਡੈਡਲਾਈਨ ਨਹੀਂ ਹੋਏਗੀ ਪਰਮਿਟ ਲੈਣ ਵਾਸਤੇ, ਜਦੋਂ ਮਰਜ਼ੀ ਤੁਸੀਂ ਅਪਲਾਈ ਕਰ ਸਕੋ, ਕਿਸੇ ਦਿਨ ਵੀ ਅਪਲਾਈ ਕਰ ਸਕੋ, ਯੂ ਕੈਨ ਗੋ ਹੈਡ ਐਂਡ ਡੂ ਇਟ। ਐਂਡ ਇਹ ਸਾਡਾ ਮਹਿਕਮਾ ਤੁਹਾਨੂੰ ਪਰਮਿਟ ਦੇਊਗਾ ਤੁਹਾਡਾ ਚਲਾਉਣ ਵਾਸਤੇ। ਇਹ ਨਾ ਸਮਝੋ ਕਿ ਕੋਈ ਡੈਡਲਾਈਨ ਹੈ ਔਰ ਉਸ ਤੋਂ ਪਹਿਲਾਂ ਸਾਨੂੰ ਅਪਲਾਈ ਕਰਨਾ ਪਊ, ਨਹੀਂ ਸਾਨੂੰ ਮੌਕਾ ਨਹੀਂ ਮਿਲੂਗਾ, ਜਦੋਂ ਜੀ ਕਰਦਾ ਤੁਸੀਂ ਅਪਲਾਈ ਕਰੋ। ਸੋ ਆਈ ਆਲਸੋ ਮੈਂ ਤੁਹਾਨੂੰ ਤੁਸੀਂ ਵੀ ਕਿਹਾ ਸੀ ਔਰ ਮੈਂ ਵੀ ਤੁਹਾਨੂੰ ਰਿਪੀਟ ਕਰਨਾ ਚਾਹੁੰਦਾ ਕਿ ਯੂਜ਼ਰ ਫ੍ਰੈਂਡਲੀ ਆਨਲਾਈਨ ਫੈਸਿਲਿਟੀ ਤੁਸੀਂ ਰੱਖ ਰਹੇ ਹੋ, ਐਂਡ ਪਲੀਜ਼ ਇਹਨੂੰ ਅੱਛੀ ਤਰ੍ਹਾਂ ਚਲਾਓ। ਐਂਡ processing of application for bus permit, ਇਹ ਵੀ make the system transparent, ਜਿੰਨੀ transparent ਹੈ ਤੁਸੀਂ ਆਪ ਹੀ ਦੱਸਿਆ। I think ਬਰਿੰਦਰ ਨੇ most specifically ਦੱਸਿਆ ਉਹਨੇ ਕਿ ਗੜਬੜ ਨਾ ਇੱਥੇ ਹੋਵੇ, ਤਾਂ ਇਹ ਤੁਸੀਂ ਬਿਲਕੁਲ transparent ਰੱਖੋ। and I'm sure ਤੁਹਾਡੀ ਲੀਡਰਸ਼ਿਪ ਹੇਠ and the leadership of our transport department ਦੇ ਹੇਠ ਇਹ ਜ਼ਰੂਰ ਸਕਸੈਸ ਹੋਏਗੀ। ਕਰਪਸ਼ਨ ਨੂੰ ਐਲੀਮੀਨੇਟ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਇੱਕ ਮੈਨੂੰ ਦੇਖੋ ਇੰਨੇ ਸਾਲ ਹੋ ਗਏ ਸਿਆਸਤ ਵਿੱਚ, 52 ਸਾਲ ਹੋ ਗਏ ਨੇ, ਐਂਡ ਆਈ ਯੂਜ਼ ਟੂ ਹੀਅਰ ਕਿ ਸਭ ਤੋਂ ਕਰਪਟ ਜਿਹੜੀ ਕਰਪਸ਼ਨ ਹੈ ਇਟ ਇਜ਼ ਇਨ ਦ ਟਰਾਂਸਪੋਰਟ ਡਿਪਾਰਟਮੈਂਟ। ਆਲਵੇਜ਼ 50 ਸਾਲ ਤੋਂ ਮੈਂ ਸੁਣਦਾ ਆਇਆ। ਹੁਣ ਤੁਸੀਂ ਜਿਹੜਾ ਕਲੀਨ ਅਪ ਕਰ ਰਹੇ ਹੋ ਐਂਡ ਸਿਸਟਮ ਨੂੰ ਚੇਂਜ ਕਰ ਰਹੇ ਹੋ, ਵਧਾਈ ਹੋਏ, ਐਂਡ ਮੇ ਯੂ ਬੀ ਵੈਰੀ ਸਕਸੈਸਫੁਲ। ਤੁਹਾਡੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਏਗੀ। ਇਨਸ਼ਾਅੱਲਾਹ ਅੱਗੇ ਚੱਲ ਕੇ ਅਸੀਂ ਇਹੋ ਜਿਹਾ ਸਾਰਾ ਕੁਝ ਕਰਾਂਗੇ ਕਿ ਕਰਪਸ਼ਨ ਦੀ ਕੋਈ ਗੁੰਜਾਇਸ਼ ਨਹੀਂ ਛੱਡਾਂਗੇ। ਕਰਪਸ਼ਨ ਕੋਈ well done, Razia ji, thank you very much.